वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਸਤਬੀਰ ਸਿੰਘ। ਪੰਨਾ ਨੰਬਰ 71। ਭਾਗ ਚੌਥਾ। ਗੁਰ ਸਮੁੰਦ ਨਦੀ ਸਭ ਸਿੱਖੀ। ਸੁਖਮਣੀ ਸਾਹਿਬ ਦੀ ਹੀ ਤੁਕ ਹੈ ਕਿ ਜਿਸ ਦੇ ਅੰਦਰ ਨਿਰੰਕਾਰ ਦਾ ਵਾਸਾ ਹੈ ਉਸ ਦੇ ਇੱਕ ਬਚਨ ਨਾਲ ਹੀ ਜਗਤ ਤਰ ਜਾਂਦਾ ਹੈ, ਪਰ ਜੋ ਆਪ ਪ੍ਰਤੱਖ ਹਰ ਹੋਵੇ ਉਸ ਦੇ ਬਚਨ ਤਾਂ ਹਿਰਦਾ ਹੀ ਵੇਦ ਦਿੰਦੇ ਹੋਣਗੇ। ਗੁਰੂ ਅਰਜਨ ਦੇਵ ਜੀ ਦੇ ਵਾਕ ਅਨੇਕਾਂ ਦੇ ਹਿਰਦੇ ਵਿੱਚ ਜੀਵਨ ਰੋ ਚਲਾ ਦਿੰਦੇ ਸਨ। ਭਾਈ ਸੰਤੋਖ ਸਿੰਘ ਨੇ ਵੀ ਕਿਹਾ ਹੈ ਕਿ ਉਹਨਾਂ ਦੇ ਮਹਾਵਾਕ ਮਿਥਿਹਾਸਿਕ ਅਰਜਨ ਦੇ ਤੀਰਾਂ ਵਾਂਗ ਅਮੋਘ ਹਨ। ਅਰਜਨ ਸਰ ਸੇ ਵਾਕ। ਪਰ ਫਿਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਨਹੀਂ, ਪੰਚਮ ਪਾਤਸ਼ਾਹ ਦੇ ਵਾਕ ਅਰਜਨ ਦੇ ਤੀਰਾਂ ਤੋਂ ਸ੍ਰੇਸ਼ਟ ਹਨ। ਉਹ ਮਾਰਦੇ ਸਨ, ਇਹ ਜਿਵਾਲਦੇ ਹਨ। ਉਹ ਸ਼ਤਰੂ ਨੂੰ ਪਛਾੜਦੇ ਸਨ, ਇਹ ਵਿਕਾਰ ਬਿਰਤੀ ਨੂੰ ਮਾਰਦੇ ਵੀ ਹਨ ਅਤੇ ਨਾਲ ਹੀ ਜੀਵਨ ਦਾਨ ਵੀ ਦਿੰਦੇ ਹਨ। ਗੁਰੂ ਸਮੁੰਦ ਵਿੱਚ ਸਿੱਖੀ ਰੂਪ ਨਦੀ ਚਾਅ ਨਾਲ ਉਮੜ ਪੈ ਰਹੀ ਸੀ। ਇਸ਼ਨਾਨ ਕਰ ਵਡਿਆਈ ਪਾ ਨਿੱਜ ਨੂੰ ਪਾਉਂਦੀ ਸੀ। ਭੱਟਾਂ ਦੇ ਕਥਨ ਅਨੁਸਾਰ ਗੁਰੂ ਚਰਨਾਂ ਹੇਠ ਵਗਦੀ ਗੰਗਾ ਵਿੱਚ ਸਿੱਖ ਸੰਗਤਾਂ ਦੂਰੋਂ ਨੇੜਿਓਂ ਆ ਕੇ ਅਸੀਸਾਂ, ਬਖਸ਼ਿਸ਼ਾਂ ਤੇ ਬਰਕਤਾਂ ਲੈ ਰਹੀਆਂ ਸਨ। ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ। ਕਿਸੇ ਦੀ ਸੁੱਕੀ ਜੜ ਹਰੀ ਹੁੰਦੀ, ਕਿਸੇ ਦੀ ਪਸ਼ੂ ਬਿਰਤੀ ਹਟਦੀ, ਕੋਈ ਸਰੀਰਕ ਰੋਗਾਂ ਤੋਂ ਮੁਕਤ ਹੁੰਦਾ, ਕੋਈ ਨਾਮ ਨਾਲ ਵਰਸਾਇਆ ਜਾਂਦਾ, ਕੋਈ ਜੀਵਨ ਮੁਕਤ ਹੁੰਦਾ, ਕੋਈ ਸ਼ਾਂਤੀ ਦੀ ਦਾਤ ਅਤੇ ਕਿਸੇ ਨੂੰ ਧੀਰਜ ਦੀ ਦਾਤ ਬਖਸ਼ਿਸ਼ ਹੁੰਦੀ। ਹੰਤਾ ਮਰਦੀ, ਮਮਤਾ ਮੁਕਦੀ। ਲੋਕ ਵੀ ਸੁਖੀ ਕਰਦੇ ਅਤੇ ਪਰਲੋਕ ਵੀ ਸੁਹੇਲਾ ਕਰਨ ਦੀ ਜਾਂਚ ਸਿੱਖਦੇ। ਭਾਈ ਗੁਰਦਾਸ ਜੀ ਨੇ ਵਾਰ 11ਵੀਂ ਵਿੱਚ ਉਹਨਾਂ ਅਨੇਕ ਸਿੱਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਗੁਰੂ ਅਰਜਨ ਦੇਵ ਜੀ ਕੋਲੋਂ ਜੀਵਨ ਜਾਂਚ ਸਿੱਖੀ। ਉਸੇ ਦੀ ਵਿਆਖਿਆ ਭਾਈ ਮਣੀ ਸਿੰਘ ਜੀ ਨੇ ਕੀਤੀ ਅਤੇ ਵਿਸਥਾਰ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਦੀ ਰਾਸ ਤੀਜੀ ਦੇ ਕੁਝ ਅੰਸ਼ਾਂ ਵਿੱਚ ਦਿੱਤਾ ਹੈ। ਉਹਨਾਂ ਵਿੱਚੋਂ ਕੁਝ ਕੁ ਉੱਗੇ ਸਿੱਖਾਂ ਦਾ ਵਰਣਨ ਕਰਨਾ ਹੈ। ਇਸ ਸੂਚੀ ਤੇ ਰਤਾ ਕੁ ਨੀਝ ਪਾਉਣ ਨਾਲ ਇਹ ਪ੍ਰਗਟ ਹੋ ਜਾਏਗਾ ਕਿ ਆਪ ਜੀ ਹਰ ਜਾਤ, ਹਰ ਪਾਤ, ਹਰ ਪ੍ਰਾਂਤ, ਹਰ ਧਰਮ, ਹਰ ਕਰਮ, ਹਰ ਕਿੱਤੇ ਅਤੇ ਹਰ ਥਾਂ ਤੋਂ ਜਗਿਆਸੂ, ਟੁੰਡਾਊ, ਅੜੇ ਅਟਕੇ ਅਤੇ ਖੁੰਝੇ ਹੋਏ ਆਉਂਦੇ ਸਨ। ਸਿੱਖੀ ਦੀ ਦਾਤ ਲੈ ਕੇ ਚਾਈਂ ਪਰਤਦੇ ਸਨ। ਰੱਬ ਦੇ ਢੰਡਾਊਆਂ ਦੇ ਮਨਾਂ ਅੰਦਰ ਉੱਠੇ ਹਰ ਸ਼ੰਕੇ ਪ੍ਰਸ਼ਨ ਦਾ ਨਿਤਾਰਾ ਆਪਣੇ ਬਚਨਾਂ ਨਾਲ ਗੁਰੂ ਜੀ ਕਰਦੇ। ਇਸ ਤੋਂ ਇਹ ਵੀ ਪਤਾ ਲੱਗੇਗਾ ਕਿ ਗੁਰੂ ਅਰਜਨ ਦੇਵ ਜੀ ਸਿੱਖੀ ਬੂਟੇ ਦੀ ਸੰਭਾਲ ਕਿਸ ਲੰਮੀ ਨਜ਼ਰ ਨਾਲ ਕਰ ਰਹੇ ਸਨ। ਆਗਰੇ ਦੀ ਸੰਗਤ ਜਦ ਗੁਰੂ ਜੀ ਕੋਲੋਂ ਵਿਦਾਇਗੀ ਲੈ ਮੁੜਨ ਲੱਗੀ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਜੋ ਗ੍ਰਹਿਸਤੀ ਹਾਂ, ਸਾਨੂੰ ਬੈਰਾਗੀ ਜੋਗੀ ਸੰਨਿਆਸੀ ਕਹਿੰਦੇ ਹਨ ਕਿ ਤੁਸੀਂ ਜੀਵਨ ਜੁਗਤੀ ਪਾ ਨਹੀਂ ਸਕਦੇ, ਤੁਹਾਡਾ ਰਾਗ ਦਵੈਖ ਮਿਟ ਨਹੀਂ ਸਕਦਾ। ਮਹਾਰਾਜ ਨੇ ਫਰਮਾਇਆ ਕਿ ਤੁਸੀਂ ਸਗੋਂ ਹੋਰ 4 ਵਿਆਹ ਕਰ ਲਵੋ। ਇਹ ਸੁਣ ਜਦ ਸਾਰੇ ਚੁੱਪ ਹੋ ਗਏ ਤਾਂ ਮਹਾਰਾਜ ਨੇ ਮੁਸਕਰਾ ਕੇ ਕਿਹਾ, ਇਹ ਵਿਆਹ ਤੁਹਾਡੇ ਮਨ ਨਾਲ ਕਰਨੇ ਹਨ ਤਾਂ ਕਿ ਰਾਗ ਦਵੈਖ ਕਦੇ ਵਾਪਰਨ ਹੀ ਨਾ। ਗ੍ਰਹਿਸਤ ਹੀ ਸੁਖਾਲਾ ਤੇ ਇੱਕ ਰਾਹ ਹੈ ਜੀਵਨ ਪਦਵੀ ਪਾਉਣ ਦਾ। ਉਹਨਾਂ 4 ਵਹੁਟੀਆਂ ਦੇ ਨਾਂ ਹਨ ਕਰੁਣਾ, ਮੈਤਰੀ, ਮੁਦਰਾ ਅਤੇ ਉਪੇਖਿਆ। ਇਸ ਦੀ ਵਿਆਖਿਆ ਕਰਦੇ ਹੋਏ ਮਹਾਰਾਜ ਨੇ ਕਿਹਾ, ਪਹਿਲਾਂ ਹੈ ਦਇਆ ਵਾਲੀ ਬਿਰਤੀ। ਦਇਆ ਧਰਮ ਦਾ ਹੀ ਨਹੀਂ, ਗ੍ਰਹਿਸਤ ਦਾ ਵੀ ਮੂਲ ਹੈ। ਜੋ ਗ੍ਰਹਿਸਤੀ ਦਇਆ ਕਰਦਾ, ਭੁੱਖੇ ਨੂੰ ਰਜਾਉਂਦਾ, ਨੰਗੇ ਨੂੰ ਕੱਜਦਾ ਅਤੇ ਦੇ ਕੇ ਖੁਸ਼ ਹੁੰਦਾ ਹੈ, ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਇਹ ਨਹੀਂ ਕਹਿੰਦਾ ਕਿ ਮੇਰੇ ਜਿਹਾ ਹੋਰ ਕੋਈ ਕਿਉਂ ਹੈ, ਉਸ ਨੇ ਜੀਵਨ ਤੱਥ ਪਾ ਲਿਆ। ਦੂਜੀ ਜੋ ਤੁਸਾਂ ਘਰ ਪਾਉਣੀ ਹੈ ਉਹ ਮਿੱਤਰਤਾ ਵਾਲੀ ਬਿਰਤੀ ਹੈ। ਜੋ ਦੇਖੋ ਕੋਈ ਆਪਣੇ ਜਿਹਾ ਹੈ ਤਾਂ ਉਸ ਦੀ ਸੰਗਤ ਕਰੋ, ਮਿੱਤਰਤਾ ਪਾਓ। ਈਰਖਾ ਵਾਲੀ ਸੋਚ ਨੇੜੇ ਨਹੀਂ ਆਉਣ ਦੇਣੀ, ਐਸਾ ਕਰਨ ਨਾਲ ਵੀ ਜੀਵਨ ਰਾਹ ਮਿਲ ਜਾਂਦਾ ਹੈ। ਤੀਜੀ ਜੋ ਤੁਸਾਂ ਸੰਗਤ ਬਣਾਉਣੀ ਹੈ ਉਹ ਹੈ ਪ੍ਰਸੰਨਤਾ ਵਾਲੀ ਬਿਰਤੀ। ਜੇ ਇਹ ਦੇਖੋ ਕਿ ਕੋਈ ਤੁਹਾਡੇ ਨਾਲੋਂ ਗੁਣਵਾਨ ਹੈ, ਉਸ ਪਾਸੇ ਟੁਰ ਕੇ ਜਾਓ ਅਤੇ ਖਿੜੇ ਮੱਥੇ ਮਿਲੋ, ਹੱਥ ਜੋੜ ਕੇ ਗੁਣ ਗ੍ਰਹਿਣ ਕਰੋ, ਸਾੜਾ ਬਿਲਕੁਲ ਨਹੀਂ ਕਰਨਾ। ਐਸੀ ਪ੍ਰਸੰਨਤਾ ਵਾਲੀ ਬਿਰਤੀ ਵਾਲਾ ਸਦਾ ਖਿੜਿਆ ਵਿਗਸਿਆ ਰਹੇਗਾ। ਚੌਥੀ ਜਿਸ ਨੂੰ ਤੁਸਾਂ ਪਰਨਾਉਣਾ ਹੈ ਉਹ ਹੈ ਓਪਰੇਪਣ ਵਾਲੀ ਬਿਰਤੀ।
ਜਦ ਦੇਖੋ ਕਿ ਕੋਈ ਜਾਣ ਬੁੱਝ ਕੇ ਤੁਹਾਡੇ ਨਾਲ ਰੇੜਕਾ ਪਾ ਬੈਠਾ ਹੈ, ਭਲਾਈ ਕੀਤੀ ਵੀ ਨਹੀਂ ਜਾਣਦਾ, ਸਗੋਂ ਨੁਕਸਾਨ ਪਹੁੰਚਾਉਣ ਤੇ ਤੁਲਿਆ ਹੋਇਆ ਹੈ, ਤਾਂ ਓਪਰਾਪਣ ਵਾਲਾ ਸੁਭਾਅ ਬਣਾ ਲਵੋ। ਜਿਵੇਂ ਕਿਸੇ ਨਵੇਂ ਸ਼ਹਿਰ ਬਾਜ਼ਾਰ ਟੁਰ ਜਾਈਏ, ਉੱਥੇ ਹਜ਼ਾਰਾਂ ਲੋਕ ਕੋਲੋਂ ਲੰਘ ਜਾਂਦੇ ਹਨ, ਉਹਨਾਂ ਨਾਲ ਸਾਡਾ ਵਾਸਤਾ ਨਹੀਂ ਹੁੰਦਾ। ਹਿੱਤ ਜਾਂ ਵੈਰ ਦੀ ਗੱਲ ਦੂਰ ਦੀ। ਜਿਸ ਗ੍ਰਹਿਸਤ ਨੇ ਘਰੋਂ ਨਫ਼ਰਤ, ਈਰਖਾ, ਸਾੜਾ ਅਤੇ ਵੈਰ ਕੱਢ ਦਿੱਤੇ ਅਤੇ ਦਇਆ, ਮਿੱਤਰਤਾ, ਖੇੜਾ ਅਤੇ ਓਪਰਾਪਣ ਪਾ ਲਿਆ, ਉਸ ਨੇ ਜੀਵਨ ਜੁਗਤ ਪਾ ਲਈ। ਭਾਈ ਅਜਾਇਬ ਅਤੇ ਭਾਈ ਉਮਰ ਸ਼ਾਹ ਡਰੋਲੀ ਦੇ ਰਹਿਣ ਵਾਲੇ ਸਨ ਅਤੇ ਮੁਖੀ ਮਸੰਦ ਸਨ। ਸਿੱਖੀ ਪ੍ਰਚਾਰ ਥਾਂ ਥਾਂ ਜਾ ਕੇ ਕਰਦੇ ਅਤੇ ਦਸਵੰਧ ਦੀ ਰਕਮ ਇਕੱਠੀ ਕਰਕੇ ਗੁਰੂ ਜੀ ਪਾਸ ਪਹੁੰਚਾਉਂਦੇ। ਗੁਰੂ ਅਰਜਨ ਦੇਵ ਜੀ ਪਾਸ ਆਏ ਤਾਂ ਉਹਨਾਂ ਪੁੱਛਿਆ ਕਿ ਤੁਸੀਂ ਗੁਰੂ ਦੀ ਗੋਲਕ ਇਕੱਠੀ ਕਰਦੇ ਹੋ, ਕਦੇ ਨਜ਼ਰ ਮੈਲੀ ਹੋਈ ਹੈ ਜਾਂ ਨਹੀਂ? ਇਸ ਗੁਰੂ ਦੀ ਗੋਲਕ ਦੀ ਮਾਇਆ ਨੂੰ ਕੀ ਕਰ ਜਾਣਦੇ ਹੋ? ਹੱਥ ਜੋੜ ਕਹਿਣ ਲੱਗੇ, ਜੈਸੇ ਸ਼ਿਵ ਨਿਰਮਾਇਲ, ਜੈਸੇ ਵਿਖ ਤੈਸੇ ਜਾਣਦੇ ਹਾਂ। ਹਮ ਬਿਖ ਸਮ ਜਾਣੇ, ਸ਼ਿਵ ਨਿਰਮਾਇਲ ਕੇਰ ਸਮਾਣੇ। ਮਹਾਰਾਜ ਬਹੁਤ ਹੀ ਪ੍ਰਸੰਨ ਹੋਏ ਅਤੇ ਜਦ ਉਹਨਾਂ ਉਪਦੇਸ਼ ਮੰਗਿਆ ਤਾਂ ਫਰਮਾਇਆ, ਸਵਾਸ ਉਹ ਹੀ ਸਫਲ ਹੈ ਜੋ ਵਾਹਿਗੁਰੂ ਗਾਵਦਾ ਹੈ। ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਬਾਕੀ ਸਵਾਸ ਤਾਂ ਇਵੇਂ ਹੀ ਜਾਣੋ ਜੈਸੇ ਲੋਹਾਰ ਠਠਿਆਰ ਦੀਆਂ ਠੋਕਣੀਆਂ ਖੱਲਾਂ ਹਨ। ਕਿਰਤ ਕਰਦੇ ਉਸ ਦੀ ਯਾਦ ਨਾ ਵਿਸਰਨ ਦੇਣੀ। ਇਹ ਹੀ ਜਪ ਤਪ ਹੈ। ਸੰਸਾਰ ਸਮੁੰਦਰ ਵੱਡਾ ਭਿਆਨਕ ਸੰਸੇ ਰੂਪੀ ਜਲ ਨਾਲ ਭਰਿਆ ਪਿਆ ਹੈ। ਇਸ ਵਿੱਚ ਕਾਮਾਂ ਦਾ ਇੱਕ ਮਗਰਮੱਛ, ਭਰਮ ਦੇ ਭੌਰ, ਲਲੀਆਂ ਕੁਸੰਗ ਅਤੇ ਉਲਟ ਹਵਾ ਚੱਲ ਰਹੀ ਹੈ। ਸਤਸੰਗ ਜਹਾਜ਼ ਹੈ, ਗੁਰ ਖੇਵਟ ਹੈ। ਵਾਹਿਗੁਰੂ ਦੀ ਮਿਹਰ ਹੋਵੇ ਤਾਂ ਸਤਸੰਗ ਦਾ ਜਹਾਜ਼ ਮਿਲਦਾ ਹੈ। ਗ੍ਰਹਿਸਤੀ ਲਈ ਵੱਡਾ ਜਪ ਤਪ ਅੰਮ੍ਰਿਤ ਵੇਲਾ ਹੈ। ਜਪ ਜੀ ਉਚਾਰ, ਸਤਸੰਗ ਜਾਣਾ, ਧਰਮ ਦੀ ਕਾਰ, ਸ਼ੁੱਧ ਵਿਵਹਾਰ ਕਰਨਾ, ਲੋੜਵੰਦ ਦੀ ਲੋੜ ਪੂਰੀ ਕਰਨਾ ਹੀ ਯੋਗ ਹੈ। ਭਾਈ ਗੁਰਦਾਸ ਜੀ ਨੇ ਤਿੰਨਾਂ ਨੂੰ ਗੁਰਸੇਵ ਕਰਨ ਦਾ ਕਰਕੇ ਲਿਖਿਆ ਹੈ। ਭਾਈ ਜੋਧ, ਭਾਈ ਜੱਲੋ ਜੋ ਤੁਲਸਪੁਰ ਦੇ ਵਸਨੀਕ ਅਤੇ ਭਾਈ ਮੋਹਨ ਅਤੇ ਭਾਈ ਆਲਮਚੰਦ ਜੋ ਲਾਹੌਰ ਵਾਸੀ ਅਤੇ ਗੁਰੂ ਦੇ ਮਸੰਦ ਸਨ ਨੂੰ ਵੀ ਗੁਰੂ ਜੀ ਨੇ ਇਹ ਹੀ ਹੁਕਮ ਕੀਤਾ ਕਿ ਗੁਰੂ ਦੀ ਅਰਦਾਸ ਨਹੀਂ ਛੁਪਾਉਣੀ, ਹੰਕਾਰ ਨਹੀਂ ਕਰਨਾ ਕਿ ਅਸੀਂ ਗੁਰੂ ਦੇ ਮਸੰਦ ਹਾਂ, ਨਿਮਰਤਾ ਵਿੱਚ ਵਿਚਰਨਾ। ਇਸ ਲਈ ਭਾਈ ਗੁਰਦਾਸ ਜੀ ਨੇ ਗੁਰਮੁਖ ਵੱਡੇ ਮਸੰਦਾ ਲਿਖ ਕੇ ਉਪਮਾ ਕੀਤੀ ਹੈ। ਹੁਣ ਗੁਰੂ ਕੀ ਗੋਲਕ ਦਾ ਸਾਰਾ ਹਿਸਾਬ ਕਿਤਾਬ ਭਾਈ ਸਾਲੋ ਜੀ ਰੱਖਦੇ ਸਨ। ਸਾਰਾ ਲੈਣ ਦੇਣ ਉਹਨਾਂ ਦੀ ਹੀ ਰਾਹੀਂ ਹੁੰਦਾ ਸੀ। ਐਸੀ ਮਾਇਆ ਤੋਂ ਉੱਚੇ ਸਨ ਕਿ ਜਿਸ ਥਾਂ ਬੈਠ ਕੇ ਗੋਲਕ ਗਿਣਦੇ ਉਹ ਥਾਂ ਹੀ ਸਾਲੋ ਦਾ ਟਿੱਬਾ ਕਰਕੇ ਪ੍ਰਸਿੱਧ ਹੋ ਗਈ। ਭਾਈ ਸੰਤੋਖ ਸਿੰਘ ਜੀ ਦਾ ਕਥਨ ਹੈ, ਲੈਬੋ ਦੇਬੋ ਆਵਣ ਜਾਣਾ, ਦਰਬ ਸੰਭਾਰ ਖਰਚ ਕਰ ਨਾਨਾ। ਭਾਈ ਪੈੜਾ ਅਤੇ ਭਾਈ ਦੁਰਗਾ ਜੀ ਗੁਰੂ ਜੀ ਦੇ ਹਜ਼ੂਰ ਆਏ ਅਤੇ ਜੀਵਨ ਦਾ ਅਸਲ ਮੰਤਵ ਜਾਣਨਾ ਚਾਹਿਆ। ਗੁਰੂ ਜੀ ਨੇ ਕਿਹਾ ਕਿ ਵਾਹਿਗੁਰੂ ਦਾ ਦਿੱਤਾ ਜੋ ਤੁਹਾਡੇ ਪਾਸ ਹੈ, ਉਸ ਨੂੰ ਸਭ ਸਿੱਖਾਂ ਨਾਲ ਵਰਤ ਛਕਣਾ। ਚੰਗੇ ਅੱਛੇ ਵਸਤਰ ਬਣਵਾ ਕੇ ਲੋੜਵੰਦਾਂ ਨੂੰ ਦੇਣੇ। ਇਹ ਵੀ ਵਚਨ ਕੀਤੇ, ਧਰਮ ਗ੍ਰਹਿਸਤ ਕੋ ਦਾਨ ਗਹੀਰੇ, ਅਤੇ ਜੋ ਵੀ ਵੰਡ ਕੇ ਖਾਂਦਾ ਹੈ ਵਾਹਿਗੁਰੂ ਤਿਸ ਥੁੜਨ ਨਾ ਦੇਤ, ਸਰਬ ਪਦਾਰਥ ਹੋਤ ਨਿਕੇਤ। ਇਹ ਦੋਨਾਂ ਦਾ ਸਨਮਾਨ ਭਾਈ ਗੁਰਦਾਸ ਜੀ ਨੇ ਦਾਤਾ ਭਾਰਾ ਕਹਿ ਕੇ ਕੀਤਾ ਹੈ। ਉਹ ਦੋਵੇਂ ਜਿੱਥੇ ਵੀ ਕਿਸੇ ਲੋੜਵੰਦ ਥੋੜੇ ਹੋਏ ਸਿੱਖ ਨੂੰ ਦੇਖਦੇ, ਉਸ ਦੀ ਲੋੜ ਪੂਰੀ ਕਰਦੇ। ਕਿਸੇ ਕੋਲ ਜੇ ਬਸਤਰ ਨਾ ਦੇਖਦੇ, ਪ੍ਰਬੰਧ ਕਰਕੇ ਪਹੁੰਚਾਉਂਦੇ। ਇੱਕ ਵਾਰੀ ਤਾਂ ਦੋਹਾਂ ਨੇ ਘਰ ਗਹਿਣੇ ਪਾ ਕੇ ਵੀ ਸੇਵਾ ਕੀਤੀ, ਪਰ ਗੁਰੂ ਨੇ ਕਿਰਤ ਵਿੱਚ ਐਸੀ ਬਰਕਤ ਪਾਈ ਕਿ ਸਭ ਥੋੜਾ ਮੁੱਕ ਗਈਆਂ। ਭਾਈ ਲਾਲੂ, ਭਾਈ ਬਾਲੂ, ਭਾਈ ਹਰਦਾਸ ਅਤੇ ਪਿਆਰ ਜੀ ਗੁਰੂ ਦਰ ਆਏ ਅਤੇ ਬੇਨਤੀ ਕੀਤੀ ਕਿ ਜੀਵਨ ਉਧਾਰ ਦਾ ਸਹਿਲਾ ਰਾਹ ਦੱਸੋ। ਗੁਰੂ ਦਾ ਬਚਨ ਹੋਇਆ, ਹਰ ਕਿਸੇ ਨਾਲ ਹੱਸ ਕੇ ਮਿਲਣਾ, ਮਿੱਠਾ ਬੋਲਣਾ, ਵੰਡ ਖਾਵਣਾ, ਨਿਵ ਚੱਲਣਾ ਅਤੇ ਰੋਜ਼ ਸੰਗਤ ਕਰਨੀ। ਇਹ 5 ਕਰਮ ਕਰੋਗੇ ਤਾਂ ਜੀਵਨ ਉਧਾਰ ਹੋਵੇਗਾ। ਇਹ ਕਿਤਨੇ ਪ੍ਰਸੰਨ ਚਿੱਤ ਰਹਿੰਦੇ ਸਨ ਕਿ ਭਾਈ ਗੁਰਦਾਸ ਜੀ ਨੇ ਇਹਨਾਂ ਸਭਨਾਂ ਨੂੰ ਹਰਖਵੰਤ ਕਿਹਾ ਹੈ। ਭਾਈ ਬਾਲਾ ਜੀ ਅਤੇ ਭਾਈ ਕ੍ਰਿਸ਼ਨ ਜੋ ਬੜੇ ਵਿਦਵਾਨ, ਵਿਚਾਰਵਾਨ ਅਤੇ ਕਥਾਕਾਰ ਸਨ, ਗੁਰੂ ਅਰਜਨ ਦੇਵ ਜੀ ਦੇ ਦਰਬਾਰ ਹਾਜ਼ਰ ਹੋਏ ਅਤੇ ਬੇਨਤੀ ਕੀਤੀ,
महाराज जद असी संगत विच विख्यान करते हाँ, संगत सुन झूमदी भी है, मुग्ध भी हुंदी है, रीझदी है, पर पातशाह साडे अपने मन विच शांति नहीं है। महाराज ने भी वचन कीता, निरी उज्जल बुद्धि नाल शांति नहीं हुंदी। कथा करदिआं मन धन विच चला जांदा है, शांति कित्थों। कथा करत धन मह मन रहे, किम शांति गुण गण को लहे। सो शांति दा राह यही ही है, जिवें होरनां नूं सुणावण दी सियाणप करदे हो, तैसे अपने मन नूं भी समझाओ। जे बिरतांत आवे उस नूं अपने ਲਈ समझो, ਤੁਹਾਡਾ तुरंत कल्याण होवेगा, थोड़ी कही गल भी असर पावेगी। उन्हां ने ऐसा ही कीता। ना सिर्फ उन्हां नूं आत्मिक शांति मिली, सगों कितनियां होरनां नूं भी मिली। सभा सिगार करके ओह जाने सुने अते सन्माने गए। इस तरह एक वारी भाई मूला बेरी, भाई तीरथ, भाई मुकंदा अते भाई निहालू जी ने गुरु जी नूं कहा, महाराज इकना सिखां दी रसना तो शब्द दी विचार सुन के मन द्रव जाता है अते इकना कोलों सुनिया रता भी असर नहीं हुंदा। इसदा की कारण है? गुरु जी ने कहा, हीरा ते शीशा लगदे इक्को जिहे हन, पर शीशे नूं रता को सट वजे तां ओह चकनाचूर हो जाता है अते हीरे नूं किसे नाल टकरा दिओ तां उसदा कुछ नहीं बिगड़दा। फिर शीशा जिस थां रखो उस दी ही रंगत लै लवेगा, पर हीरे नूं जिथे रखो ओह अपनी रंगत देवेगा, प्रभाव कबूलेगा नहीं। जिस सिख अंदर पहला गुरु दा शब्द वस गया, फिर ओह ਸਰੋਤਿਆਂ विच भी शब्द दा वासा करा देवेगा। ओह आपू शब्द कारण शांत हुंदा है अते दूजिਆਂ ਨੂੰ भी करदा है। कैसे कुसंगी मिल जाण उन्हां ਨੂੰ शांत कर दिंदा है, जिवें बांस चंदन नाल लग चंदन ही हो जाता है। भाई चूहड़, भाई साईं, भाई लाला सेठी, भाई निहालू जी नूं भी यह ही गुरु जी ने कहा। जैसा जो मुखों पढ़दा है अते तेहियां ही करतूतां करदा है, तां उस दी छाया सबना ते पैंदी है। जो पढ़ के आप नहीं कमाउंदे उन्हां दी छाया की गल भी पल्ले नहीं पैंदी। भाई समुंदा जी ने गुरु जी पास बेनती कीती कि बेमुख अते सन्मुख दा भेद खोल समझाउणा। गुरु जी ने फरमाया, जे किसे नूं किसे कारज घल्लीए अते जे ओह काम कर आवे तां हसदा मुख उजला अते आप हाजिर हो के दसेगा, अते जे ना करके आवे सगों बिगाड़ आवे तां उसने सामने की होना है, पिठ मोड़ के लंघेगा, राह होर जाएगा। सो इसे तरह वाहिगुरु ने मनुख नूं नाम जपण, वंड छकण अते देह नूं माड़े कारजां तो निर्मल रखण लई घल्लिया है। पर जे इस दे उल्ट विकारां विच फस दुविधा विच पै ह्यूमे विच ही विचरेगा तां वाहिगुरु दे सन्मुख नहीं हो सकेगा। सन्मुख होण लई पहली पौड़ी पिछल रात नींद को त्यागे है। गुरबाणी दा पाठ करके हिरदा शुद्ध रखना, किरत करके लोड़वंदां दी लोड़ पूरी करन नाल सन्मुख हो जाएगा। जो अमृत वेला खुंझा दिंदे हन ओह बेमुख फिरनगे। भाई गुरदास जी ने भाई समुंदा जी नूं सन्मुख सारा करके लिखिया है। जद भाई कूला भूला जी अते झंझू जी ने गुरमुख अते मनमुख दा अंतर जानना चाहिया तां पंचम पिता ने फरमाया, गुरमुख अते मनमुख ਤਿੰਨ प्रकार दे हन। एक गुरमुख हन जिन्हां खोटे कर्मां वल्लों मूँह मोड़ लिया है अते गुरु दे दसे आशे अनुसार टुरदे हन। उन्हां नाल एक वार भी जे चंगियाई कर देवो तां उस नाल चंगियाई करदे हन। कीती भलाई विसारदे नहीं अते अपनी चंगियाई चितारदे नहीं। दूजे गुरमुख तर हन, ऐसे सबना नाल ही भला करदे हन, आस करदे हन कि कोई उन्हां नाल भी भलाई करे, पर भला छड्डदे नहीं। तीजे गुरमुख तम हन जिन्हां अंदर ज्ञान दा चानण हो गया हुंदा है, ओह भला सबना दा करदे हन। जे कोई बुराई भी करे तां भी ओह भला करनगे। मनमुख ओह हन जो मन नूं ही मुख रखदे हन, किसे संग भलाई नहीं करदे, सदा खोट करदे हन। जे कोई भला करे तां विसार देंदे हन, जे किसे कोलों बुरा हो जाए तां भंडदे रहिंदे हन। मन मुखतम ओह हन जो पर को भला होत दुख पावे, सगों ऐसा यतन करते हैं कि बनदा कारज बिगड़ जाए। जे किसे वेले किसे कोलों बुरा हो जाए तां बुराई करके ही साह लैंदे हन, हर वेले सड़दे कुरुजदे रहिंदे हन। मन मुखतम ओह है जो मुखों तां मिठी सुनावे
ਪਰ ਅੰਦਰ ਸੜਦਾ ਰਹੇ। ਸਭਨਾਂ ਨੂੰ ਵੈਰੀ ਜਾਣੇ, ਸਭ ਨਾਲ ਵੈਰ ਕਰੇ, ਸ਼ਬਦ ਨਾ ਸੁਣੇ ਅਤੇ ਇਹ ਹੀ ਕਹਿੰਦਾ ਫਿਰੇ ਕਿ ਸਾਨੂੰ ਨਹੀਂ ਫਲੀ ਕੀਤੀ ਹੋਈ ਭਲਾਈ ਬੁਰਿਆਈ ਵਿੱਚੋਂ ਸੁੱਖ ਪਾਵੇ। ਸਿੱਖ ਨੇ ਮਨਮੁਖਤਾਈ ਛੱਡਣੀ ਹੈ ਅਤੇ ਗੁਰਮੁਖਤਮ ਹੋਣਾ ਹੈ। ਭਾਈ ਧੀਰ, ਭਾਈ ਨਿਹਾਲੂ, ਭਾਈ ਤੁਲਸੀਆ, ਭਾਈ ਬੂਲਾ, ਭਾਈ ਚੂੰਡਾ ਨੇ ਹਾਜ਼ਰ ਹੋ ਬੇਨਤੀ ਕੀਤੀ ਕਿ ਕਈ ਅਣਜਾਣ ਪੁਰਸ਼ ਗੁਰੂ ਨਾਨਕ ਦੇਵ ਜੀ ਨੂੰ ਜਨਕ ਦਾ ਅਵਤਾਰ ਕਹੀ ਜਾਂਦੇ ਹਨ। ਕਿਰਪਾ ਕਰਕੇ ਦੱਸੋ ਕਿ ਗੁਰੂ ਨਾਨਕ ਜੀ ਕਿਸ ਦੇ ਅਵਤਾਰ ਸਨ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਜਨਕ ਸੋਈ ਜਿਨ ਜਾਣਿਆ। ਗੁਰੂ ਨਾਨਕ ਦੇਵ ਜੀ ਪੂਰਨ ਬ੍ਰਹਮ ਸਰੂਪ ਹੈ ਸਨ। ਉਹ ਕਿਸੇ ਦੇ ਅਵਤਾਰ ਨਹੀਂ। ਜੋਤ ਰੂਪ ਵਿੱਚ ਹਰ ਆਪ ਹੀ ਗੁਰੂ ਨਾਨਕ ਕਹਾਏ ਹਨ। ਜਦ ਸ਼ੁਭ ਕਰਮਣ ਹਟ ਗਏ, ਕੇਵਲ ਰੀਤ ਰਸਮ ਹੀ ਰਹਿ ਗਈ, ਤਾਂ ਧਰਤੀ ਨੇ ਪੁਕਾਰ ਕੀਤੀ ਤਾਂ ਪ੍ਰਭੂ ਨੇ ਧਰਿਓ ਆਣ ਸ਼੍ਰੀ ਨਾਨਕ ਰੂਪ। ਉਹਨਾਂ ਜਪਾਂ ਤਪਾਂ ਰੀਤਾਂ ਰਸਮਾਂ ਤੋਂ ਉਤਾਂਹ ਉੱਠ ਕੇ ਸਤਨਾਮ ਦਾ ਜਾਪ ਦੱਸਿਆ ਅਤੇ ਜੀਵਾਂ ਦੇ ਉਧਾਰ ਲਈ ਆਪਣੀ ਬੋਲੀ ਵਿੱਚ ਸਾਰਾ ਤੱਤ ਨਿਰਣੇ ਕਰਕੇ ਕਿਹਾ। ਹੁਣ ਸ਼ਬਦ ਬਾਣੀ ਦੀ ਪ੍ਰੀਤ ਕਰਕੇ ਤੁਸੀਂ ਉਹਨਾਂ ਦਾ ਸਰੂਪ ਜਾਣ ਕੇ ਪਾ ਸਕਦੇ ਹੋ। ਇਹ ਕਦੇ ਨਾ ਭੁੱਲਣਾ ਕਿ ਐਸਾ ਗੁਣ ਹੋਰ ਕੋਈ ਨਹੀਂ ਜੈਸਾ ਸਮਝ ਵਿਚਾਰਦਾ ਹੈ। ਸ਼ਬਦ ਦੀ ਪ੍ਰੀਤ ਤੇ ਪ੍ਰਤੀਤ ਕਰਕੇ ਭਾਈ ਧੀਰ ਅਤੇ ਹੋਰਨਾਂ ਦਾ ਕਲਿਆਣ ਹੋਇਆ ਅਤੇ ਬਹੁ ਗੁਣਿਆਸ ਕਰਕੇ ਉਹ ਸਤਿਕਾਰੇ ਗਏ। ਪੰਡਤ ਫਿਰਨਾ, ਭਾਈ ਭੋਲੂ, ਜਟੂ ਜੀ ਅਤੇ ਪਟੂ ਤਿਵਾਰੀ ਜੀ ਨੇ ਗੁਰੂ ਦਰਬਾਰ ਹਾਜ਼ਰ ਹੋ ਕੇ ਪੁੱਛ ਕੀਤੀ ਕਿ ਮਹਾਰਾਜ, ਕਈ ਲੋਕੀ ਪੁੱਛਦੇ ਹਨ ਕਿ ਗੁਰੂ ਨਾਨਕ ਦਾ ਗੁਰੂ ਕੌਣ ਹੈ। ਕਿਰਪਾ ਕਰਕੇ ਦੱਸੋ ਤਾਂ ਸ਼ੰਕਾ ਨਿਵਰਤ ਹੋਵੇ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਸ਼੍ਰੀ ਗੁਰੂ ਨਾਨਕ ਏਕ ਓਂਕਾਰ। ਉਹਨਾਂ ਦਾ ਗੁਰੂ ਨਿਰੰਕਾਰ ਹੈ, ਜਿਸ ਅੰਤਰਗਤ ਹੋਏ ਕੇ ਸੰਮਤ ਗਿਆਨ ਦੀ ਪ੍ਰੇਰਨਾ ਕੀਤੀ। ਸ਼੍ਰੀ ਨਾਨਕ ਤੇ ਸੁਤੇ ਪ੍ਰਕਾਸ਼, ਜਨਮਤ ਅਤੇ ਅਜਮਤ ਜਿਨ ਪਾਸ। ਜੋ ਉਹਨਾਂ ਗੁਰੂ ਅੰਗਦ ਦੇਵ ਜੀ ਅੱਗੇ ਮੱਥਾ ਟੇਕਿਆ ਹੈ, ਸਾਨੂੰ ਦਰਸਾਉਣ ਲਈ ਕਿ ਇਹ ਦੇਹ ਦਾ ਅਭਿਮਾਨ ਨਹੀਂ। ਉਂਝ ਦੇਖਿਆ ਜਾਏ ਤਾਂ ਗੁਰੂ ਦਾ ਅਰਥ ਅੰਧੇਰਾ ਨਾਸ਼ ਕਰਨ ਵਾਲਾ ਹੈ, ਰੂਪ ਪ੍ਰਕਾਸ਼ ਕਰਨ ਵਾਲਾ ਹੈ। ਗੁਰੂ ਨਾਨਕ ਨੇ ਅੰਧੇਰਾ ਦੂਰ ਕੀਤਾ ਤੇ ਪ੍ਰਕਾਸ਼ ਕੀਤਾ। ਸ਼੍ਰੀ ਅੰਗਦ ਕੋ ਗੁਰੂ ਸਥਾਪ, ਜੋਤ ਜਗਾਈ ਆਪਣੀ ਆਪ। ਭਾਈ ਭਗੀਰਥ, ਭਾਈ ਜਾਮੂ ਅਤੇ ਭਾਈ ਨਿਵਾਲਾ ਜੀ ਦੀ ਪੁੱਛ ਤੇ ਦੱਸਿਆ ਕਿ ਗੁਰੂ ਨਾਨਕ ਜੀ ਨੇ ਆਪਣਾ ਨਾਮ ਨਹੀਂ ਜਪਾਇਆ। ਉਹਨਾਂ ਨਾਮ ਕੀ ਉਪਾਸਨਾ ਵਿਸ਼ੇਸ਼ ਦੱਸੀ। ਬਾਕੀ ਜੋ ਰਾਹ ਹਨ ਉਹ ਕੁਦਰਤ ਕੇ ਛਾਲ ਮਾਰ ਕੇ ਲੰਘਣ ਵਾਲੇ ਹਨ, ਪਰ ਹਰ ਕਿਸੇ ਦੀ ਸਮਰੱਥਾ ਨਹੀਂ ਕਿ ਐਸਾ ਕਰ ਸਕੇ। ਨਾਮ ਇੱਕ ਐਸਾ ਪੁਲ ਹੈ ਜਿਸ ਤੇ ਨਿਰਬਲ ਸਬਲ ਸਭ ਪਾਰ ਹੋ ਜਾਂਦੇ ਹਨ। ਸਾਰੇ ਰਸਾਂ ਨੂੰ ਨਿਰਸ ਕਰਕੇ ਜਾਣੇ ਅਤੇ ਗਿਆਨ ਦਾ ਅਭਿਆਸ ਕਰੇ। ਐਸਾ ਕਰਨ ਨਾਲ ਉਹਨਾਂ ਸਭਨਾਂ ਦਾ ਜੀਵਨ ਸੱਤ ਵਾਲਾ ਤੇ ਸੁਖਦਾਈ ਹੋਇਆ। ਸਹਿਕਾਮੀ ਅਤੇ ਨਹਿਕਾਮੀ, ਭਾਈ ਮੂਲਾ, ਭਾਈ ਸੂਜਾ, ਭਾਈ ਚੰਦੂ ਚੌਚੜ, ਭਾਈ ਰਾਮਦਾਸ ਭੰਡਾਰੀ, ਭਾਈ ਬਾਲਾ, ਭਾਈ ਸਾਈਂ ਦਾਸ ਜੀ ਗੁਰੂ ਹਜੂਰ ਹਾਜ਼ਰ ਹੋਏ। ਬੇਨਤੀ ਕੀਤੀ ਕਿ ਐਸਾ ਕਰਮ ਦਰਸਾਓ ਕਿ ਜਨਮ ਮਰਨ ਤੋਂ ਛੁੱਟੀਏ। ਗੁਰੂ ਮਹਾਰਾਜ ਨੇ ਫਰਮਾਇਆ, ਕੁਝ ਲੋਕ ਕਰਮ ਕਰਦੇ ਹਨ, ਉਹਨਾਂ ਦਾ ਫਲ ਉਸੇ ਵੇਲੇ ਲੈਣਾ ਚਾਹੁੰਦੇ ਹਨ। ਇਹ ਸਹਿਕਾਮੀ ਕਰਮ ਹਨ ਅਤੇ ਇਹਨਾਂ ਦਾ ਆਤਮਾ ਨੂੰ ਕੋਈ ਲਾਭ ਨਹੀਂ ਪੁੱਜਦਾ। ਇਹ ਸਭ ਸਗੋਂ ਤ੍ਰਿਸ਼ਨਾ ਵਧਾਉਂਦੇ ਹਨ। ਇਹਨਾਂ ਨੂੰ ਸਹਿਕਾਮੀ ਸਿੱਖ ਕਹਿ ਲਵੋ। ਕਰਮ ਉਹ ਹੀ ਹੈ ਜੋ ਨਹਿ ਕਰਮ ਅਤੇ ਨਹਿਕਾਮੀ ਹੋਵੇ, ਚਾਅ ਨਾਲ ਪੁੰਨ ਦਾਨ ਕਰੇ, ਦਿਖਾਵਾ ਨਾ ਕਰੇ। ਜੇ ਐਸੇ ਸੱਜਣ ਕੋਲੋਂ ਕੋਈ ਭੁੱਲ ਵੀ ਹੋ ਜਾਵੇ ਤਾਂ ਦਾਤਾ ਆਪ ਮਿਹਰ ਕਰਦਾ ਹੈ। ਇਹ ਨਹਿਕਾਮੀ ਕਹਿਲਾਉਂਦੇ ਹਨ। ਹੋਰ ਉਪਾਸਕੀ ਸਿੱਖ ਹਨ, ਉਹ ਕਰਮ ਮਾੜੇ ਕਰਦੇ ਨਹੀਂ, ਉਹਨਾਂ ਨੂੰ ਵਿਵੇਕ ਬੁੱਧ ਮਿਲ ਜਾਂਦੀ ਹੈ। ਚੌਥੇ ਬ੍ਰਹਮ ਗਿਆਨੀ ਸਿੱਖ ਹਨ, ਉਹਨਾਂ ਨੇ ਸਰੀਰ ਨੂੰ ਵੀ ਮਿਥਿਆ ਜਾਣਿਆ ਹੈ ਅਤੇ ਕਰਮਾਂ ਨੂੰ ਵੀ ਝੂਠਾ ਜਾਣਿਆ ਹੈ। ਜਿਵੇਂ ਸੂਰਜ ਨੇੜੇ ਅੰਧਕਾਰ ਨਹੀਂ ਜਾਂਦਾ, ਤਿਵੇਂ ਉਹਨਾਂ ਦੇ ਨਿਕਟ ਕਰਮ ਨਹੀਂ ਜਾਂਦੇ। ਉਹਨਾਂ ਨੂੰ ਕਰਮ ਦੀ ਕੋਈ ਲੋੜ ਨਹੀਂ, ਉਹ ਜੀਵ ਮੁਕਤ ਹੁੰਦੇ ਹਨ। ਗੁਰੂ ਨਾਨਕ ਨੇ ਸਿੱਖਾਂ ਨੂੰ ਕਰਮਾਂ ਤੋਂ ਉਤਾਂਹ ਕਰ ਦਿੱਤਾ ਹੈ। ਜਦ ਸਿੱਖਾਂ ਨੇ ਹੋਰ ਵਿਆਖਿਆ ਕਰਨ ਲਈ ਬੇਨਤੀ ਕੀਤੀ ਤਾਂ ਮਹਾਰਾਜ ਨੇ ਕਿਹਾ, ਜਿਵੇਂ ਖੇਤੀ ਹੁੰਦੀ ਹੈ, ਉਸ ਤੇ ਕਈ ਪ੍ਰਕਾਰ ਦਾ ਮਹਿਸੂਲ ਕਰ ਲੱਗਦਾ ਹੈ। ਇੱਕ ਬਟਾਈ ਹੈ ਜੋ ਉਪਜ ਹੁੰਦੀ ਹੈ, ਵੱਢ ਲੈਂਦੇ ਹਨ। ਦੂਜੇ ਪੱਟਾ ਹੈ, 6 ਮਹੀਨੇ ਵਿੱਚ ਇੱਕ ਵਾਰੀ ਰਾਜੇ ਦਾ ਕਰਮਚਾਰੀ ਆਏਗਾ, ਆਪਣਾ ਹਿੱਸਾ ਲੈ ਜਾਏਗਾ, ਹੋਰ ਕਿਸੇ ਦੀ ਚਿੰਤਾ ਨਹੀਂ। ਤੀਜੇ ਸੁਗਾਤੀ ਹੈ,
ਜਿਸ ਦੇ ਰਾਜ ਵਿੱਚ ਵਸ ਰਹੇ ਹਨ, ਉਸ ਰਾਜੇ ਦੇ ਹੱਕ ਸੁਗਾਤ ਭੇਜ ਦਿੰਦੇ ਹਨ, ਸੁਖੀ ਵਸਦੇ ਹਨ। ਚੌਥੇ ਮੁਆਫੀ ਹੈ, ਰਾਜੇ ਨਾਲ ਹੀ ਜਾਂਦੇ ਰਹਿੰਦੇ ਹਨ। ਖਾਣਾ ਦਾਣਾ ਰਾਜੇ ਦਾ, ਸਿਰਫ ਉਸ ਦੇ ਹੁਕਮ ਤੇ ਚੱਲਦੇ ਹਨ ਅਤੇ ਆਪੂ ਵੀ ਹੁਕਮ ਚਲਾਉਂਦੇ ਹਨ। ਇਸ ਤਰ੍ਹਾਂ ਜੋ ਸਹਿਕਾਮੀ ਹਨ, ਉਹਨਾਂ ਦੀ ਰੋਜ਼ ਵੰਡਾਈ ਹੁੰਦੀ ਰਹਿੰਦੀ ਹੈ। ਇੱਧਰ ਤੀਰਥਾਂ ਤੇ ਹੋ ਆਏ, ਉੱਧਰ ਪਾਪ ਜਾਰੀ ਰੱਖੇ, ਇੱਧਰ ਦਾਨ ਦਿੱਤਾ, ਉੱਧਰ ਹੰਕਾਰ ਵਿੱਚ ਗ੍ਰਸ ਗਏ, ਉੱਧਰ ਸੇਵਾ, ਇੱਧਰ ਲੋਭ, ਉੱਧਰ ਇਸ਼ਨਾਨ, ਇੱਧਰ ਪਖੰਡ, ਤੌਲਖਾ ਸਦਾ ਬਣਿਆ ਰਹਿੰਦਾ ਹੈ। ਨਹਿਕਾਮੀ ਉਹ ਹਨ ਜਿਨ੍ਹਾਂ ਕੋਲੋਂ ਕਦੇ ਕਦਾਈ ਭੁੱਲ ਵੀ ਹੋ ਜਾਏ ਤਾਂ ਬਖਸ਼ਵਾ ਲੈਂਦੇ ਹਨ, ਪੁੰਨ ਵਧੀ ਜਾਂਦੇ ਹਨ, ਇਖਲਾਕ ਮਜ਼ਬੂਤ ਹੋਈ ਜਾਂਦਾ ਹੈ। ਉਪਾਸਕੀਆਂ ਕੋਲੋਂ ਅਣਜਾਣਪੁਣੇ ਵਿੱਚ ਜੇ ਕੋਈ ਭੁੱਲ ਹੋ ਜਾਏ ਤਾਂ ਦਿਲ ਨੂੰ ਲਗਾ ਲੈਂਦੇ ਹਨ। ਜਦ ਤੱਕ ਦਿਲ ਹੱਛਾ ਨਾ ਹੋ ਜਾਏ ਚੈਨ ਨਾਲ ਨਹੀਂ ਬੈਠਦੇ। ਜਿਵੇਂ ਸੁਗਾਤ ਭੇਜ ਕੇ ਖੇਤੀ ਵਾਲਾ ਸੁਖੀ ਵਸਦਾ ਹੈ, ਤਿਵੇਂ ਬੰਦਗੀ ਵਿੱਚ ਹੋਰ ਜ਼ਿਆਦਾ ਜੁੜਦੇ ਹਨ। ਬ੍ਰਹਮ ਗਿਆਨੀ ਹਰ ਹਕੀਕਤ ਨੂੰ ਪ੍ਰਭੂ ਨਾਲ ਰਹਿ ਕੇ ਜਾਣ ਗਏ ਹਨ। ਉਹਨਾਂ ਵਿੱਚ ਹੰਕਤਾ ਮਮਤਾ ਨਹੀਂ ਰਹਿੰਦੀ। ਭਾਈ ਬਿਸ਼ਨੂ ਬੀਬੜਾ ਅਤੇ ਭਾਈ ਸੁੰਦਰ ਮਾਛੀ ਦਰਸ਼ਨਾਂ ਨੂੰ ਆਏ ਅਤੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਐਸਾ ਰਾਹ ਦੱਸੋ ਜਿਸ ਤੇ ਟੁਰ ਜੀਵਨ ਦਾ ਉਧਾਰ ਹੋਵੇ। ਗੁਰੂ ਜੀ ਨੇ ਬਚਨ ਕੀਤਾ, ਸੇਵਾ ਹੀ ਉਧਾਰ ਦਾ ਮੁੱਖ ਰਾਹ ਹੈ। ਸੇਵਾ ਕਰੋ ਹੋਏ ਮਨ ਦੀਨ, ਲੰਗਰ ਵਿੱਚ ਲੱਕੜੀਆਂ ਲਿਆ ਪਾਉਣੀਆਂ, ਪਾਣੀ ਦੀਆਂ ਮਸ਼ਕਾਂ ਭਰ ਛਿੜਕਾ ਕਰਨਾ ਅਤੇ ਪਿਆਸੇ ਦੀ ਪਿਆਸ ਬੁਝਾਉਣੀ। ਬਿਸ਼ਨੂ ਜੀ ਨੂੰ ਉਚੇਚੇ ਤੌਰ ਤੇ ਕਿਹਾ ਕਿ ਜੇ ਸਰਦੀ ਹੋਵੇ ਤਾਂ ਪਿਛਲੀ ਰਾਤ ਪਾਣੀ ਗਰਮ ਕਰਕੇ ਸਿੱਖਾਂ ਨੂੰ ਇਸ਼ਨਾਨ ਕਰਾਉਣਾ। ਉਹਨਾਂ ਐਸਾ ਹੀ ਕੀਤਾ ਅਤੇ ਜੀਵਨ ਪਦਵੀ ਪਾ ਲਈ। ਇੱਕ ਹੋਰ ਸਿੱਖ ਭਾਈ ਦੀਪਾ ਨੂੰ ਹੁਕਮ ਦੇ ਕੀਤਾ ਕਿ ਜੋ ਸਿੱਖ ਘਰ ਆਵੇ ਉਸ ਨੂੰ ਪ੍ਰਸੰਨ ਚਿੱਤ ਪ੍ਰਸ਼ਾਦ ਛਕਾਉਣਾ, ਥੱਕੇ ਦੀ ਥਕਾਵਟ ਦੂਰ ਕਰਨੀ, ਕੋਈ ਨੰਗਾ ਦੇਖੋ ਤਾਂ ਚੁੱਪ ਚਪੀਤੇ ਬਸਤਰ ਉੱਪਰ ਪਾਏ ਦੇਣਾ ਅਤੇ ਸ਼ਬਦ ਦੀ ਚਰਚਾ ਕਰਨੀ। ਇਤਿਹਾਸ ਕਹਿੰਦਾ ਹੈ ਕਿ ਭਾਈ ਦੀਪਾ ਜੀ ਨੂੰ ਐਸਾ ਪ੍ਰਕਾਸ਼ ਹੋਇਆ ਕਿ ਕੋਈ ਬਚਨ ਜੇ ਮੂੰਹੋਂ ਕੱਢਦੇ ਉਹ ਨਾ ਸਿਰਫ ਪੂਰਾ ਹੁੰਦਾ ਸਗੋਂ ਅਗਲੇ ਨੂੰ ਪ੍ਰਕਾਸ਼ ਵੀ ਹੋ ਜਾਂਦਾ। ਦੀਪਾ ਦੀਪਕ ਸਮ ਕਰਿਓ, ਜੋ ਇਸ ਮਿਲੇ ਸੋ ਨਿਸ਼ਚੈ ਤਰਿਓ। ਦਿਲੋਂ ਸੇਵਾ ਕਰਨ ਕਾਰਨ ਭਾਈ ਸੇਠਾ ਸੁਭਾਗਾ ਅਤੇ ਭਾਈ ਉਗਵੰਦਾ ਦੀ ਕਲਿਆਣ ਹੋਈ। ਇੱਕ ਵਾਰੀ ਭਾਈ ਪੈੜਾ ਚੰਡਾਲੀਆ ਅਤੇ ਭਾਈ ਜੇਠਾ ਜੀ ਨੇ ਬੇਨਤੀ ਕੀਤੀ ਕਿ ਬ੍ਰਾਹਮਣ ਕਹਿੰਦੇ ਹਨ ਕਿ ਜਦ ਤੱਕ ਤੁਸੀਂ ਅੰਨ ਦੀ ਆਹੂਤੀ ਅਗਨ ਵਿੱਚ ਨਹੀਂ ਪਾਵੋਗੇ, ਖੁਆਇਆ ਨਹੀਂ ਲੱਗੇਗਾ। ਪੰਜਵੇਂ ਪਾਤਸ਼ਾਹ ਨੇ ਕਿਹਾ, ਜੋ ਤੁਸੀਂ ਗਰੀਬ ਸਿੱਖ ਨੂੰ ਪ੍ਰਸ਼ਾਦ ਛਕਾਉਂਦੇ ਹੋ, ਇਹ ਹੀ ਅਸਲ ਹੋਮ ਯੱਗ ਨੂੰ ਪਾਈ ਆਹੂਤੀ ਹੈ। ਤੁਸੀਂ ਵੀ ਜੋ ਵਾਹਿਗੁਰੂ ਕਰਕੇ ਪ੍ਰਸ਼ਾਦ ਮੂੰਹ ਵਿੱਚ ਪਾਉਂਦੇ ਹੋ, ਇਹ ਹੋਮ ਯੱਗ ਤੋਂ ਵੀ ਉੱਤੇ ਹੈ। ਇਸ ਤਰ੍ਹਾਂ ਬਚਨਾਂ ਨਾਲ ਰਾਹ ਸੁਖਾਲਾ ਕਰੀ ਜਾਂਦੇ ਸਨ। ਭਾਈ ਤੁਲਸਾ ਜੀ ਨੂੰ ਵੀ ਬਚਨ ਕੀਤੇ ਕਿ ਅੰਨ ਬਸਤਰ ਦੀ ਕਿਸੇ ਦੀ ਕਾਮਨਾ ਆਵੇ ਤਾਂ ਉਸ ਦੀ ਕਾਮਨਾ ਜੇ ਇਕੱਲੇ ਹੀ ਪੂਰੀ ਕਰ ਸਕੋ ਤਾਂ ਕਰ ਦੇਣੀ, ਨਹੀਂ ਤਾਂ ਸਭਨਾ ਮਿਲ ਕੇ ਕਰਨੀ। ਸਾਧ ਸੰਗਤ ਉਸ ਬਰਖਾ ਨਿਆਈ ਹੈ ਜੋ ਨੀਵੇਂ ਹੋ ਕੇ ਵਰਦੀ ਹੈ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ। ਭਾਈ ਬੁੱਧੂ ਜੀ ਲਾਹੌਰ ਦੇ ਰਹਿਣ ਵਾਲੇ ਸਨ। ਉਹਨਾਂ ਦਾ ਅਸਲ ਨਾਂ ਭਾਈ ਸਾਧੂ ਸੀ। ਇੱਟਾਂ ਦਾ ਆਵਾ ਚਾੜਿਆ, ਅਰਦਾਸ ਕਰਾਉਣ ਲਈ ਆਵਾ ਪੱਕੇ, ਸੰਗਤ ਘਰ ਬੁਲਾਈ, ਅਰਦਾਸ ਕਰਵਾਈ, ਲੰਗਰ ਕੀਤਾ। ਜਦ ਲੰਗਰ ਵਰਤਾਉਣਾ ਆਰੰਭ ਹੋਇਆ, ਭਾਈ ਲੱਖੂ ਪਟੋਲੀਆ, ਜੋ ਨਾਮ ਰੱਤੇ ਹੋਣ ਕਰਕੇ ਕਮਲੀਆਂ ਕਰਕੇ ਜਾਣਿਆ ਜਾਂਦਾ ਸੀ, ਵੀ ਪੁੱਜੇ। ਅੱਗੋਂ ਉਹਨਾਂ ਨੂੰ ਪਾਟੇ ਕੱਪੜਿਆਂ ਵਿੱਚ ਆਉਂਦਾ ਵੇਖ ਡਿਉਢੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਭਾਈ ਲੱਖੂ ਜੀ ਨੇ ਦਰਵਾਜ਼ਾ ਖੜਕਾਇਆ ਵੀ, ਪਰ ਸੇਵਾਦਾਰ ਨੇ ਨਾ ਖੋਲ੍ਹਿਆ। ਲੰਗਰ ਸਮਾਪਤੀ ਉੱਪਰ ਜਦ ਅਰਦਾਸ ਹੋਈ ਕਿ ਆਵਾ ਪੱਕਾ, ਤਾਂ ਬਾਹਰੋਂ ਆਵਾਜ਼ ਆਈ, ਆਵਾ ਕੱਚਾ। ਸੱਚਮੁੱਚ ਇਵੇਂ ਹੀ ਹੋਇਆ, ਆਵਾ ਪਿੱਲਾ ਰਿਹਾ। ਭਾਈ ਬੁੱਧੂ ਜੀ ਗੁਰੂ ਦਰਬਾਰ ਹਾਜ਼ਰ ਹੋਇਆ ਤੇ ਬੇਨਤੀ ਕੀਤੀ ਕਿ ਮਹਾਰਾਜ, ਸੰਗਤ ਨੇ ਅਰਦਾਸ ਕੀਤੀ ਸੀ ਪਰ ਪਿੱਲਾ ਕਿਉਂ ਰਿਹਾ? ਗੁਰੂ ਪਿਤਾ ਕਹਿਣ ਲੱਗੇ, ਤੂੰ ਸਿੱਖ ਦਾ ਆਦਰ ਨਹੀਂ ਕੀਤਾ, ਪਾਟੇ ਕੱਪੜੇ ਦੇਖ ਰੋਕ ਪਾ ਦਿੱਤੀ। ਜਾਂ ਤਾਂ ਲੰਗਰ ਕਰੋ ਨਾ, ਜੇ ਕਰੋ ਤਾਂ ਕਿਸੇ ਨੂੰ ਭੁੱਖਾ ਨਾ ਜਾਣ ਦਿਓ। ਜੋ ਸੰਗਤ ਹਿੱਤ ਕਰਹਿ ਆਹਾਰੇ, ਸ਼ੂਦਤ ਨਾ ਜਾਣੇ ਦੇਹ ਨਿਜ ਦਵਾਰੇ। ਹੁਣੇ ਉਸੇ ਸਿੱਖ ਪਾਸ ਜਾਓ। ਭਾਈ ਬੁੱਧੂ ਜੀ ਭਾਈ ਲੱਦਾ ਪਰਉਪਕਾਰੀ ਨੂੰ ਲੈ ਕੇ ਲੱਖੂ ਜੀ ਪਾਸ ਗਏ, ਖਿਮਾ ਮੰਗੀ ਅਤੇ ਕਿਰਪਾ ਕਰਨ ਲਈ ਕਿਹਾ। ਭਾਈ ਲੱਦਾ ਜੀ ਨੇ ਕਿਹਾ, ਜੋ ਕੁਝ ਬਖਸ਼ਾਉਣ ਆ ਜਾਏ ਉਸ ਤੇ ਕ੍ਰੋਧ ਨਹੀਂ ਕਰਨਾ ਚਾਹੀਦਾ। ਭਾਈ ਲੱਖੂ ਜੀ ਨੇ ਕਿਹਾ, ਆਵਾ ਤਾਂ ਹੁਣ ਕੱਚਾ ਰਹੇਗਾ ਪਰ ਵਿਕੇਗਾ ਪੱਕੀਆਂ ਦੇ ਹਿਸਾਬ। ਦੇਵਨੇਤ ਉਸ ਵਰੇ ਬਾਰਿਸ਼ ਬਹੁਤ ਹੋਈ, ਕਿਲੇ ਦੀ ਦੀਵਾਰ ਢਹਿ ਗਈ। ਛੇਤੀ ਮੁਰੰਮਤ ਕਰਨ ਲਈ ਇੱਟਾਂ ਦੀ ਲੋੜ ਪਈ। ਕੱਚੀਆਂ ਪੱਕੀਆਂ ਦੇ ਹਿਸਾਬ ਵਿਕੀਆਂ। ਬੁੱਧੂ ਜੀ ਨੂੰ ਕਈਆਂ ਸ਼ਾਹੀ ਇੱਟ ਘਾੜਾ ਵੀ ਲਿਖਿਆ ਹੈ। ਭਾਈ ਗੜੀਅਲ ਅਤੇ ਮਥੁਰਾ ਦਾਸ ਜੀ ਪਾਂਡੀ ਸਨ।
ਇਹਨਾਂ ਨੂੰ ਇਹ ਹੀ ਉਪਦੇਸ਼ ਹੋਇਆ ਕਿ ਨਿਤਾਣੇ ਦਾ ਕੰਮ ਸਵਾਰ ਦਿੱਤਾ ਕਰਨਾ, ਇਹ ਕਿਸੇ ਦੀ ਭਾਰੀ ਭੰਡ ਦੇਖਣ ਮੁਕਾਮ ਤੇ ਪਹੁੰਚਾ ਦੇਣ। ਸੇਵਾ ਦਾ ਰੰਗ ਐਸਾ ਚੜ੍ਹਿਆ ਕਿ ਗੁਰਮੁਖ ਪਦਵੀ ਪਾਈ। ਭਾਈ ਗੁਰਦਾਸ ਜੀ ਨੇ ਸੁਲਤਾਨਪੁਰ ਭਗਤ ਭੰਡਾਰਾ ਕਰਕੇ ਵਡਿਆਇਆ ਹੈ। ਉਥੋਂ ਦੇ ਭਾਈ ਚਾਊ ਜੀ, ਭਾਈ ਬੰਮੀ, ਭਾਈ ਮੂਲਾ, ਭਾਈ ਹੇਮਾ ਕਪਾਹੀ, ਭਾਈ ਗੋਇੰਦ ਤੇ ਭੱਟ ਭੀਖਾ ਜੀ, ਟੋਡਾ ਜੀ 16 ਸਿੱਖ ਗੁਰੂ ਦਰਬਾਰ ਆਏ ਅਤੇ ਬੇਨਤੀ ਕੀਤੀ ਕਿ ਅਸੀਂ ਗੁਰੂ ਦੀ ਦੱਸੀ ਮਰਿਆਦਾ ਨਿਭਾਉਂਦੇ ਹਾਂ ਪਰ ਮਨ ਸ਼ਾਂਤ ਨਹੀਂ ਹੁੰਦਾ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਜਗਤ ਤਾਮਸੀ ਤੇ ਰਾਜਸੀ ਗੁਣਾਂ ਵਿੱਚ ਫਸਿਆ ਹੋਇਆ ਹੈ, ਸ਼ਾਂਤਗੀ ਵਿੱਚ ਨਹੀਂ ਵਿਚਰਿਆ। ਅੰਦਰ ਅਤੇ ਬਾਹਰ ਹਰ ਪਾਸੇ ਹਿੰਸਾ ਹੈ, ਲੋਭ ਹੈ ਜਾਂ ਅਭਿਮਾਨ ਹੈ। ਕੋਈ ਵਿਰਲਾ ਹੀ ਮਿੱਠ ਬੋਲੜਾ ਅਤੇ ਨਿਮਰਤਾ ਧਾਰਨ ਕਰਦਾ ਹੈ। ਇਹ ਜਾਣਨ ਲਈ ਕਿ ਨਿਮਰਤਾ ਅੰਦਰ ਘਰ ਕਰ ਗਈ ਹੈ ਜਾਂ ਨਹੀਂ, ਬਾਣੀ ਦੱਸ ਪਾਉਂਦੀ ਹੈ। ਜੋ ਸ਼ਬਦ ਪੜ੍ਹਿਆ ਹਰ ਅੱਖਰ ਹਿਰਦੇ ਵਸੇ, ਜਿਉਂ ਦੀ ਤਿਉਂ ਸਮਝ ਆਵੇ, ਮਨ ਡੋਲੇ ਨਹੀਂ, ਸਮਝੋ ਨਿਮਰਤਾ ਅੰਦਰ ਆ ਗਈ ਹੈ। ਮਨ ਟਿਕ ਰਹੇ ਨਾ ਡੋਲਣ ਜਾਏ ਹੀ ਕਸਵੱਟੀ ਹੈ। ਬਾਣੀ ਪੜ੍ਹਦਿਆਂ ਕਬ ਮਨ ਟਿਕੇ, ਡੋਲ ਕਬ ਧਾਵੇ, ਕਦੇ ਕਿਸੇ ਸਮੇਂ ਠਹਿਰ ਜਾਏ ਅਤੇ ਕਦੇ ਕਿਸੇ ਸਮੇਂ ਡੋਲ ਜਾਏ ਤਾਂ ਮਨ ਰਾਜਸੀ ਗੁਣ ਵਿੱਚ ਵਿਚਰ ਰਿਹਾ ਹੈ, ਅਟਕ ਗਿਆ ਹੈ, ਇਸ ਨੂੰ ਅੱਗੇ ਤੋਰਨਾ ਹੈ। ਜੇ ਨਾ ਠਹਿਰੇ, ਸਮਝ ਨਾ ਆਵੇ, ਮਨ ਸਦਾ ਡੋਲਦਾ ਰਵੇ, ਉੱਡ ਉੱਡ ਜਾਏ, ਕੁਝ ਪੱਲੇ ਨਾ ਪਵੇ ਤਾਂ ਤਾਮਸੀ ਗੁਣ ਦਾ ਧਾਰਨੀ ਹੈ। ਫਿਰ ਸਮਝਾਉਂਦੇ ਹੋਏ ਕਿਹਾ, ਇੱਕ ਉਹ ਸੂਰਮੇ ਹਨ ਜੋ ਬਾਹਰ ਦੀ ਫੌਜ ਜਿੱਤਦੇ ਹਨ, ਉਹਨਾਂ ਦਾ ਜਸ ਰਬਾਬੀ ਭੱਟ ਗਾਉਂਦੇ ਹਨ, ਪਰ ਜੇ ਕਾਮ ਕ੍ਰੋਧ ਵੈਰੀਆਂ ਨੂੰ ਜਿੱਤਦੇ ਹਨ, ਉਹਨਾਂ ਦਾ ਜਸ ਵੇਦ ਪੁਰਾਣੀ ਹੈ। ਬਾਣੀ ਨੂੰ ਵਿਚਾਰ ਪੜ੍ਹਨਾ ਹੀ ਸਭ ਤੋਂ ਵੱਡਾ ਕਰਮ ਹੈ। ਇਸੇ ਰਾਹੀਂ ਹੀ ਭਗਤੀ ਦ੍ਰਿੜ ਹੁੰਦੀ ਹੈ ਅਤੇ ਗਿਆਨ ਪ੍ਰਾਪਤ ਹੁੰਦਾ ਹੈ। ਸ਼ਬਦ ਦੇ ਸਮਝਣ ਨਾਲ ਹੀ ਵਿਵੇਕ ਬੁੱਧੀ ਮਿਲ ਜਾਂਦੀ ਹੈ। ਸ਼ੁਭ ਅਤੇ ਅਸ਼ੁਭ ਕਰਮਾਂ ਦਾ ਨਿਖੇੜਾ ਆਪੇ ਹੀ ਹੋਈ ਟੁਰੀ ਜਾਂਦਾ ਹੈ। ਇਸੇ ਤਰ੍ਹਾਂ ਇੱਕ ਵਾਰੀ ਭਾਈ ਲਾਲੋ ਲਟਕਣ ਜੀ, ਭਾਈ ਮੁਰਾਰੀ ਅਤੇ ਆਲਮ ਚੰਦ ਹਾਂਡਾ ਨੇ ਹੱਥ ਜੋੜ ਬੇਨਤੀ ਕੀਤੀ ਕਿ ਐਸਾ ਉਪਦੇਸ਼ ਦੇਵੋ ਕਿ ਦੁੱਖ ਦੂਰ ਹੋ ਜਾਏ। ਮਹਾਰਾਜ ਨੇ ਫਰਮਾਇਆ, ਕਰਹੂੰ ਸ਼ਬਦ ਕੋ ਨਿਤ ਅਭਿਆਸਾ। ਉਹਨਾਂ ਫਿਰ ਬੇਨਤੀ ਕੀਤੀ ਕਿ ਜਦ ਸ਼ਬਦ ਪੜ੍ਹਦੇ ਹਾਂ ਤਾਂ ਮਨ ਟਿਕਿਆ ਟਿਕਿਆ ਲੱਗਦਾ ਹੈ, ਪਰ ਫਿਰ ਸਭ ਕੁਝ ਉਹ ਜਿਹਾ ਹੀ ਹੋ ਜਾਂਦਾ ਹੈ। ਮਹਾਰਾਜ ਨੇ ਦੁਹਰਾਇਆ, ਬਸ ਅਭਿਆਸ ਹੀ ਰਾਹ ਹੈ, ਜੰਜੀਰ ਅਭਿਆਸ ਹੈ। ਜਦ ਪਾਣੀ ਮਰਜ਼ੀ ਨਾਲ ਵਹਿ ਰਿਹਾ ਹੋਵੇ ਤਾਂ ਬੜੀ ਮੁਸ਼ਕਿਲ ਨਾਲ ਹੀ ਪਾਸਾ ਪਰਤਦਾ ਹੈ, ਯਤਨ ਕਰਦਿਆਂ ਹੀ ਦੂਜੀ ਥਾਂ ਵਗਦਾ ਹੈ। ਮਨ ਨੀਵਾਂ ਕਰੋ, ਫਿਰ ਬਿਰਤੀ ਨੂੰ ਬ੍ਰਹਮ ਗਿਆਨ ਦਾ ਬੰਨ ਮਾਰੋ। ਪੂਰਬ ਕਰਿਆ ਹੈ ਮਨ ਨਿਵਾਣ, ਪਾਵੋ ਬੰਦ ਬਿਰਤੀ ਬ੍ਰਹਮ ਗਿਆਨ। ਫਿਰ ਮਾੜੇ ਖੋਟੇ ਵਿਹਾਰ ਜ਼ੋਰ ਨਹੀਂ ਪਾਉਣਗੇ, ਮਨ ਸਦਾ ਟਿਕਿਆ ਰਹੇਗਾ। ਇਹ ਵੀ ਨਿਬੇੜਾ ਕੀਤਾ ਕਿ ਕੀ ਪੜ੍ਹਨਾ ਚਾਹੀਏ ਤੇ ਕੀ ਤਿਆਗਣਾ। ਭਾਈ ਹਰਬੰਸ ਜੀ ਜੋ ਤਪਾ ਕਰਕੇ ਜਾਣੇ ਜਾਂਦੇ ਸਨ, ਸਦਾ ਸੇਵਾ ਵਿੱਚ ਜੁੜੇ ਰਹਿੰਦੇ, ਥੱਕੇ ਸਿੱਖਾਂ ਦੇ ਚਰਨ ਗਰਮ ਪਾਣੀ ਨਾਲ ਧੋਂਦੇ, ਭੁੱਖਿਆਂ ਨੂੰ ਰੋਟੀ ਅਤੇ ਨੰਗਿਆਂ ਨੂੰ ਬਸਤਰ ਦੇਂਦੇ, ਪਿਛਲੀ ਰਾਤ ਜਾਗ ਸਾਰਿਆਂ ਨੂੰ ਇਸ਼ਨਾਨ ਕਰਾਉਂਦੇ। ਉਹ ਸਦਾ ਭਾਈ ਗੁਰਦਾਸ ਜੀ ਦੀ ਰਚਨਾ ਪੜ੍ਹਦੇ ਰਹਿੰਦੇ। ਇੱਕ ਸਿੱਖ ਨੇ ਗੁਰੂ ਜੀ ਕੋਲ ਜਾ ਸ਼ਿਕਾਇਤ ਕੀਤੀ ਕਿ ਭਾਈ ਹਰਬੰਸ ਤਪਾ ਸਦਾ ਭਾਈ ਗੁਰਦਾਸ ਜੀ ਦੀ ਬਾਣੀ ਹੀ ਪੜ੍ਹਦਾ ਹੈ, ਇਸ ਨੂੰ ਰੋਕਣਾ ਚਾਹੀਦਾ ਹੈ। ਗੁਰੂ ਅਰਜਨ ਜੀ ਨੇ ਕਿਹਾ, ਕੋਈ ਹਰਜ ਨਹੀਂ, ਭਾਈ ਗੁਰਦਾਸ ਨੇ ਜੋ ਲਿਖਿਆ ਹੈ ਗੁਰੂ ਦੀ ਸ਼ਾਨ ਲੈ ਕੇ ਲਿਖਿਆ ਹੈ, ਉਸ ਨੂੰ ਪੜ੍ਹਨਾ ਤਿਆਗੋ। ਜਿਸ ਨੂੰ ਪੜ੍ਹਨ ਨਾਲ ਬੁੱਧੀ ਵਿੱਚ ਫਰਕ ਪਵੇ, ਵਿਦਿਆ ਦਾ ਨਾਸ਼ ਹੋਵੇ ਜਾਂ ਗੁਰੂ ਤੇ ਤਰਕ ਹੀ ਕਰੀ ਜਾਏ, ਇਹਨਾਂ ਨੂੰ ਪੜ੍ਹਨਾ ਅਜਿਹਾ ਹੈ ਜਿਵੇਂ ਬਗੈਰ ਮੀਂਹ ਤੋਂ ਬੱਦਲ ਗਰਜ ਰਿਹਾ ਹੋਵੇ, ਜਿਸ ਦਾ ਲਾਭ ਕੋਈ ਨਹੀਂ, ਸਗੋਂ ਬਿਜਲੀ ਗਿਰਾ ਕੇ ਕੁਝ ਸਾੜੇਗਾ ਹੀ। ਇਹ ਸਭ ਗਲਤ ਵਿਦਿਆ ਪੜ੍ਹਨ ਨਾਲ ਹੋਇਆ ਹੈ ਕਿ ਵਿਵੇਕ ਦੇ ਚਿਰਾਗ ਦੀ ਰੋਸ਼ਨੀ ਮੱਧਮ ਹੋ ਗਈ ਹੈ। ਬਾਣੀ ਤੇ ਉਸ ਦੀ ਛਾਂ ਵਿੱਚ ਲਿਖੀ ਰਚਨਾ ਵਿਵੇਕ ਦੀਪ ਨੂੰ ਮੱਧਮ ਨਹੀਂ ਹੋਣ ਦਿੰਦੀ। ਭਾਈ ਫਿਰਨ, ਭਾਈ ਚੰਗਾ ਅਤੇ ਭਾਈ ਜੇਠਾ ਜੀ ਨੇ ਹਾਜ਼ਰ ਹੋ ਬੇਨਤੀ ਕੀਤੀ ਕਿ ਮਹਾਰਾਜ ਕੋਈ ਰਾਮ ਜਪਦਾ ਹੈ, ਕੋਈ ਕ੍ਰਿਸ਼ਨ ਅਤੇ ਕੋਈ ਸਹੁੰ ਕਹਿੰਦਾ ਹੈ, ਸਾਨੂੰ ਕੀ ਹੁਕਮ ਹੈ। ਪੰਚਮ ਪਿਤਾ ਨੇ ਫਰਮਾਇਆ, ਅਸਾਂ ਵਾਹਿਗੁਰੂ ਜਪਣਾ ਹੈ। ਇਹ ਠੀਕ ਹੈ ਕਿ ਸਭ ਸਲਾਹੇ ਏਕ ਸੈ, ਪਰ ਨਦੀ ਤੇ ਜਿਤਨੀਆਂ ਬੇੜੀਆਂ ਹਨ ਪਾਰ ਤਾਂ ਕਰਦੀਆਂ ਹਨ। ਭਾਈ ਵਾਹਿਗੁਰੂ ਨਾਮ ਜਹਾਜ਼ ਹੈ। ਨਦੀ ਗਹਿਰੀ ਅਤੇ ਵਹਾਅ ਤੇਜ਼ ਹੈ ਅਤੇ ਉੱਤੋਂ ਤੂਫਾਨ ਆ ਜਾਏ ਤਾਂ ਬੇੜੀ ਦੀ ਸਮਰੱਥਾ ਰਹਿ ਜਾਂਦੀ ਹੈ। ਉਸ ਸਮੇਂ ਬੇੜਾ ਜਹਾਜ਼ ਹੀ ਕਾਰਜ ਸਵਾਰਦਾ ਹੈ। ਸਿਮਰੋ ਵਾਹਿਗੁਰੂ ਦੁਖ ਹਨ, ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤ ਨਾ ਕੋਈ, ਇਹ ਸਭ ਵਾਹ ਵਾਹ ਦਾ ਤਮਾਸ਼ਾ ਹੈ।
ਵਾਹ ਕਹਿਣ ਨਾਲ ਉਸ ਬੇਅੰਤ ਦੀ ਸੋਝੀ ਪੈਂਦੀ ਹੈ। ਬੇਅੰਤ ਨੂੰ ਬੇਅੰਤ ਕਹਿਣਾ ਹੀ ਉਸ ਦਾ ਅੰਤ ਪਾਉਣਾ ਹੈ। ਗੂ ਤਮ ਤਨ ਅਗਿਆਨ ਅਨਿਤ ਰੂ ਪ੍ਰਕਾਸ਼ ਕੀਓ ਜਿਨ ਚਿੱਤ ਜੋ ਸਰੀਰ ਦਾ ਪਿਆਰ ਵਹਿਮਾਂ ਦਾ ਹਨੇਰਾ ਅਗਿਆਨ ਦੀ ਰਾਤ ਅਤੇ ਸੰਸਾਰ ਨਾਲ ਪਿਆਰ ਹੈ ਉਹ ਗੁਰੂ ਕਿਹਾਂ ਹਟਦਾ ਹੈ। ਗੁਰੂ ਨਾਨਕ ਜੀ ਨੇ ਸੁਖਾਲਾ ਰਾਹ ਦੱਸਿਆ ਹੈ। ਭਾਈ ਤੁਲਸੀਆ, ਭਾਈ ਗੋਇੰਦਾ, ਵਿਸਾ ਗੋਪੀ ਜੀ ਜੋ ਸੰਗਤ ਵਿੱਚ ਹੀ ਸਨ ਕਹਿਣ ਲੱਗੇ ਕਿ ਨਾਮਦੇਵ ਜੀ ਦੇ ਸ਼ਬਦ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਓ ਰੇ ਵਿੱਚ ਰਾਮ ਮਹਾਦੇਵ ਅਤੇ ਗਾਇਤਰੀ ਦੀ ਨਿੰਦਾ ਹੈ। ਮਹਾਰਾਜ ਨੇ ਫਰਮਾਇਆ ਨਹੀਂ, ਨਿੰਦਿਆ ਨਹੀਂ ਹੈ। ਨਾਮਦੇਵ ਜੀ ਨੇ ਤਾਂ ਸਗੋਂ ਸੁਚੇਤ ਕੀਤਾ ਹੈ ਕਿ ਜੋ ਆਪਣੇ ਇਸ਼ਟ ਵਿੱਚ ਦੋਸ਼ ਕੱਢਦੇ ਹਨ ਉਹਨਾਂ ਵਿੱਚ ਭਗਤੀ ਭਾਵ ਨਹੀਂ ਜਾਗ ਸਕਦਾ। ਸ਼ਰਧਾ ਕਦੇ ਨਹੀਂ ਛੱਡਣੀ, ਉਸ ਦੀ ਹਜ਼ੂਰੀ ਦਾ ਸਵਾਦ ਮਾਣਨਾ ਹੈ। ਭਾਈ ਜੋਧਾ ਅਤੇ ਭਾਈ ਜਾਮੂ ਜੀ ਨੇ ਆ ਕੇ ਬੇਨਤੀ ਕੀਤੀ ਕਿ ਆਪ ਜੀ ਦਾ ਹੁਕਮ ਹੈ ਕਿ ਇਕਾਗਰ ਚਿੱਤ ਬਾਣੀ ਪੜ੍ਹਨੀ, ਪਰ ਮਨ ਇਕਾਗਰ ਰਹਿੰਦਾ ਨਹੀਂ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਅੱਗੇ ਤਾਂ ਤੁਸੀਂ ਮਨ ਦੇ ਸੁਭਾਅ ਨੂੰ ਨਹੀਂ ਸੀ ਜਾਣਦੇ, ਹੁਣ ਤਾਂ ਵਾਕਿਫ ਹੋ ਗਏ ਹੋ। ਜਿਵੇਂ ਮਨ ਨਿਕਲੇ ਫਿਰ ਲਿਆ ਜੋੜਨਾ। ਗੁਰੂ ਰਾਮਦਾਸ ਜੀ ਨੇ ਇੱਕ ਸਿੱਖ ਦੀ ਪੁੱਛ ਤੇ ਉੱਤਰ ਵਿੱਚ ਬਚਨ ਕੀਤੇ ਸਨ ਕਿ ਜਿਵੇਂ ਅੜੀਅਲ ਘੋੜਾ ਆਪਣੀ ਮਰਜ਼ੀ ਤੇ ਦੌੜਦਾ ਹੈ ਤਾਂ ਸਿਆਣਾ ਸਵਾਰ ਉਸ ਨੂੰ ਅੱਗਾ ਵਿਖਾਈ ਕੇ ਤੇ ਮੋੜ ਲਿਆਉਂਦਾ ਹੈ। ਫਿਰ ਵਾਂਗਾ ਮੋੜਨ ਨਾਲ ਆਪੇ ਸੁੱਧ ਹੋ ਜਾਂਦਾ ਹੈ। ਮਨ ਫੇਰ ਕੇ ਵਿੱਚ ਸ਼ਬਦਾਂ ਦੇ ਜੋੜਨਾ ਸੁੱਧ ਹੋ ਜਾਏਗਾ, ਇਕਾਗਰ ਹੋ ਜਾਏਗਾ। ਭਾਈ ਸਾਈਂ ਦਾਸ ਜੀ ਨੂੰ ਵੀ ਇਹੀ ਹੀ ਬਚਨ ਕੀਤੇ ਕਿ ਜਦ ਘੋੜੇ ਨੂੰ ਕਾਬੂ ਕਰਨਾ ਹੁੰਦਾ ਹੈ ਤਾਂ ਪਹਿਲਾਂ ਜਿੱਥੇ ਜਾਂਦਾ ਹੈ ਜਾਣ ਦੇਈਦਾ ਹੈ, ਹੌਲੇ ਹੌਲੇ ਸੁਧਾਰ ਕੇ, ਦਿਲਾਸਾ ਦੇ ਕੇ ਅਤੇ ਜੇ ਅੜ ਜਾਏ ਤਾਂ ਚਾਬਕ ਦੀ ਵਰਤੋਂ ਕਰਕੇ ਡਰ ਉਪਜਾ ਕੇ ਕਾਬੂ ਕਰ ਲਈਦਾ ਹੈ। ਇਸੇ ਤਰ੍ਹਾਂ ਜਿਸ ਵੇਲੇ ਮਨ ਨਾਮ ਦਾ ਸਵਾਦ ਲੈ ਲਵੇ ਫਿਰ ਨਾ ਮੁੜਨ ਦੇਵੋ, ਉੱਥੇ ਹੀ ਲੱਗਾ ਰਹਿਣ ਦੇਵੋ। ਭਾਈ ਜਗਣਾ, ਭਾਈ ਨੰਦਾ ਅਤੇ ਭਾਈ ਭਾਨਾ ਜੀ ਨੇ ਕਿਹਾ ਇੰਦਰੀਆਂ ਨੂੰ ਰੋਕ ਕੇ ਭਜਨ ਵੀ ਕਰਦੇ ਹਾਂ, ਪਰ ਕਈ ਵਾਰੀ ਪਦਾਰਥ ਦ੍ਰਿਸ਼ ਆਉਂਦਾ ਹੈ ਤਾਂ ਮਨ ਚੱਲ ਜਾਂਦਾ ਹੈ। ਮਹਾਰਾਜ ਨੇ ਫਰਮਾਇਆ ਮਨ ਕਾਬੂ ਵਾਸ਼ਨਕ ਹੈ ਅਤੇ ਤੱਤ ਨੂੰ ਪਾਵੇ। ਪ੍ਰਾਣ ਮਨ ਦਾ ਘੋੜਾ ਹਨ, ਇਹਨਾਂ ਦੀ ਪ੍ਰੀਤੀ ਸ਼ਬਦ ਨਾਲ ਪਾਵੇ। ਇਹ ਯਾਦ ਰਹੇ ਕਿ ਗੁਰੂ ਜੀ ਨੇ ਨਿਰਾ ਦਿਮਾਗੀ ਘੌੜ ਦੌੜ ਦਾ ਵੇਦਾਂਤ ਜਿਸ ਨੇ ਵਿਦਿਆ ਅਭਿਮਾਨੀ ਆਚਰਨ ਤੋਂ ਬੇਪਰਵਾਹ ਨਿਜ ਨੂੰ ਬ੍ਰਹਮ ਕਹਿਣ ਵਾਲੇ ਦੁਰਾਚਾਰੀ ਪੰਡਤ ਹੀ ਪੈਦਾ ਕੀਤੇ ਨੂੰ ਕਿਧਰੇ ਨਹੀਂ ਸਲਾਹਿਆ। ਸਿੱਖ ਘਰ ਮਨ ਨੂੰ ਨਿਰਮਲ ਅਤੇ ਖਿੰਡਾਊ ਰਹਿਤ ਕਰਨ ਨੂੰ ਹੀ ਬ੍ਰਹਮ ਪਛਾਨਣਾ ਅਤੇ ਪਾਉਣ ਦਾ ਸਹੀ ਸੌਖਾ ਰਾਹ ਕਹਿੰਦਾ ਹੈ। ਰੋਹਤਾਸ ਦੇ ਰਹਿਣ ਵਾਲੇ ਭਾਈ ਮੁਰਾਰੀ ਜੀ ਨੇ ਜਦ ਮਨ ਨੂੰ ਸਾਫ਼ ਕਰਨ ਦੀ ਜਾਂਚ ਪੁੱਛੀ ਤਾਂ ਆਪ ਜੀ ਨੇ ਫਰਮਾਇਆ ਇਸ ਨੂੰ ਧੋਣ ਦਾ ਵੱਲ ਗੁਰੂ ਨਾਨਕ ਜੀ ਜਪਜੀ ਵਿੱਚ ਦਰਸਾ ਗਏ ਹਨ। ਜੇ ਕਿਸੇ ਸਥੂਲ ਵਸਤੂ ਨੂੰ ਧੋਣਾ ਹੋਵੇ ਤਾਂ ਬਾਹਰਲੀ ਚੀਜ਼ ਪਾਣੀ ਸਾਬਣ ਦੀ ਲੋੜ ਪੈਂਦੀ ਹੈ, ਪਰ ਮਨ ਸੂਖਮ ਹੈ। ਮਤ ਵੀ ਅਤ ਸੂਖਮ ਵਸਤੂ ਹੈ। ਮਤ ਤੇ ਜੋ ਮੈਲ ਵਿਸ਼ੇ ਵਿਕਾਰਾਂ ਦੀ ਚੜ੍ਹਦੀ ਹੈ ਇਹ ਮਨ ਨੂੰ ਵੀ ਮੈਲਾ ਕਰ ਜਾਂਦੀ ਹੈ। ਮਤ ਨੂੰ ਕੇਵਲ ਨਾਮ ਜਲ ਨਾਲ ਹੀ ਧੋਤਾ ਜਾ ਸਕਦਾ ਹੈ। ਮਤ ਉਜਲ ਹੋਈ ਕਿ ਮਨ ਵੀ ਚਮਕ ਉੱਠਿਆ। ਭਾਈ ਰਾਮਾ ਝੰਜੀ, ਭਾਈ ਹੇਮੂ ਅਤੇ ਭਾਈ ਜੱਟੂ ਜੀ ਨੇ ਜੋ ਸ਼ਾਹਦਰਾਂ ਦੇ ਵਸਨੀਕ ਸਨ ਗੁਰੂ ਦਰਬਾਰ ਹਾਜ਼ਰ ਹੋ ਕੇ ਪੁੱਛਿਆ ਕਿ ਮਹਾਰਾਜ ਬਾਣੀ ਸੁਣਦੇ ਹਾਂ, ਹਿਰਦੇ ਕਿਉਂ ਨਹੀਂ ਠਹਿਰਦੀ। ਗੁਰੂ ਜੀ ਨੇ ਬਚਨ ਕੀਤੇ ਸੁਣਿਆ ਮੰਨਿਆ ਧਿਆਨ ਤੇ ਸਮਾਧੀ ਹੋਵੇ ਤਾਂ ਸ਼ਬਦ ਹਿਰਦੇ ਠਹਿਰਦਾ ਹੈ। ਜੋ ਨਿਰਾ ਸੁਣਦੇ ਹਨ ਪਰ ਮੰਨਣ ਨਹੀਂ ਕਰਦੇ ਉਹਨਾਂ ਅੰਦਰ ਟਿਕਾ ਨਹੀਂ ਹੁੰਦਾ। ਇਹ ਇੰਜ ਜਾਣੋ ਜਿਵੇਂ ਚੁੱਲ੍ਹੇ ਦੀ ਅੱਗ ਹੈ, ਜਦ ਤੱਕ ਝੁਲਕਾ ਪੈਂਦਾ ਰਿਹਾ ਜਲਦੀ ਰਹੇਗੀ। ਸੁਣਦੇ ਤੱਕ ਤਾਂ ਉਪਦੇਸ਼ ਦਾ ਖਿਆਲ ਰਿਹਾ ਪਰ ਫਿਰ ਮਿਟ ਗਿਆ, ਪਰ ਜੇ ਨਾਲ ਮੰਨਣਾ ਹੋਵੇ ਤਾਂ ਅੱਗ ਲਗਾਤਾਰ ਹੋ ਜਾਂਦੀ ਹੈ, ਭੱਠੀ ਮੱਗ ਪੈਂਦੀ ਹੈ, ਪਰ ਜਦ ਧੰਦਿਆਂ ਦਾ ਜਲ ਪੈਂਦਾ ਹੈ ਤਾਂ ਬੁਝ ਜਾਂਦੀ ਹੈ। ਇਸ ਨਾਲ ਧਿਆਨ ਰਲਾ ਲਈਏ ਤ੍ਰਿਸ਼ਨ ਜਲ ਵੀ ਨਹੀਂ ਬੁਝਾ ਸਕੇਗਾ। ਜਿਵੇਂ ਬਿਜਲੀ ਦੀ ਅਗਨ ਅਸੰਖ ਜਲਾਂ ਵਿੱਚ ਨਹੀਂ ਬੁਝਦੀ। ਬਿਜਲੀ ਦੀ ਰੌਸ਼ਨੀ ਹੈ ਪਰ ਨਾਲ ਕੜਕ ਵੀ ਹੈ। ਧਿਆਨ ਵਾਲਾ ਰਿੱਧੀ ਸਿੱਧੀ ਵਿੱਚ ਵੀ ਫਸ ਜਾਂਦਾ ਹੈ, ਕੜਕ ਪਏ ਤਾਂ ਨੁਕਸਾਨ ਵੀ ਕਰ ਜਾਂਦੀ ਹੈ, ਨਾਲ ਕਮਾਈ ਦੀ ਲੋੜ ਹੈ। ਸਮਾਧੀ ਵਿੱਚ ਚਲੇ ਜਾਣਾ ਹੈ, ਸੁਰਤ ਹੀ ਉਸ ਵਿੱਚ ਲਗਾ ਦੇਣੀ ਹੈ। ਇਸ ਨੂੰ ਬੜਾਵਾ ਅਗਨੀ ਜਾਣੋ। ਇਹ ਜਲ ਨੂੰ ਵੀ ਭਸਮ ਕਰ ਦਿੰਦੀ ਹੈ ਪਰ ਆਪੂ ਮਗਦੀ ਰਹਿੰਦੀ ਹੈ। ਸੋ ਸੁਣਨ ਮੰਨਣ ਧਿਆਨ ਅਤੇ ਸਮਾਧੀ ਨਾਲ
ਤ੍ਰਿਸ਼ਨ ਜਲ ਸੜ ਜਾਂਦਾ ਹੈ ਅਤੇ ਫਿਰ ਹਰ ਤੁਕ ਹਿਰਦੇ ਵਿੱਚ ਟਿਕੀ ਰਹੇਗੀ। ਐਸਾ ਗਿਆਨ ਰੂਪੀ ਸੂਰਜ ਚੜ੍ਹਦਾ ਹੈ ਕਿ ਸ਼ਬਦ ਸਿੱਧਾ ਹਿਰਦੇ ਜਾ ਵੱਜਦਾ ਹੈ। ਸਿੱਖਾਂ ਨੇ ਫਿਰ ਪੁੱਛਿਆ ਕਿ ਮਹਾਰਾਜ ਕੋਈ ਸ਼ਬਦ ਪਾ ਕੇ ਵੀ ਮਾਇਆ ਵੱਲ ਭੱਜਦੇ ਦੇਖੇ ਹਨ। ਮਹਾਰਾਜ ਨੇ ਚੇਤਾਵਨੀ ਵਜੋਂ ਕਿਹਾ, ਐਸੇ ਲੋਕਾਂ ਤੋਂ ਦੂਰ ਹੀ ਰਹਿਣਾ। ਉਹਨਾਂ ਨੂੰ ਇੰਜ ਜਾਣੋ ਜਿਵੇਂ ਸਰਪ ਆਪਣੀ ਹੀ ਮਣੀ ਦੀ ਜੋਤ ਨਾਲ ਕਿਰਮਾਂ ਨੂੰ ਭੱਜਦਾ ਹੈ। ਇਹ ਦੁਸ਼ਟ ਮਨੁੱਖ ਸ਼ਬਦ ਦਾ ਸਹਾਰਾ ਲੈ ਕੇ ਆਪਣੀ ਤ੍ਰਿਸ਼ਨਾ ਵਧਾਉਂਦੇ ਹਨ। ਇਹ ਦੁਰਵਰਤੋਂ ਹੈ। ਭਾਈ ਤਲੋਕਾ, ਭਾਈ ਤੋਤਾ ਮਹਿਤਾ ਜੋ ਉੱਗੇ ਪਾਠੀ ਸਨ ਨੂੰ ਵੀ ਇਹ ਵਚਨ ਕੀਤੇ ਕਿ ਜੇ ਪੜ੍ਹਨ ਵਾਲੇ ਦਾ ਮਨ ਇਕਾਗਰ ਨਹੀਂ ਤਾਂ ਦੂਜੇ ਨੂੰ ਰੌਸ਼ਨੀ ਨਹੀਂ ਮਿਲੇਗੀ। ਨਹਿ ਪ੍ਰਤੀਤ ਅਰ ਮਨ ਨ ਇਕਾਗਰ ਕਿਮ ਕਲਿਆਣ ਹੈ ਪਾਏ ਉਜਾਗਰ। ਭਾਈ ਬੋਹੜੂ ਕਿਰਤ ਸੁਨਿਆਰੇ ਦੀ ਕਰਦਾ ਸੀ। ਮਹਾਰਾਜ ਨੇ ਜਦ ਉਸ ਨੂੰ ਸੁਚੱਜੀ ਕਿਰਤ ਅਤੇ ਧਰਮ ਦਾ ਵਿਹਾਜ ਕਰਨ ਲਈ ਕਿਹਾ ਤਾਂ ਕਹਿਣ ਲੱਗਾ, ਮਹਾਰਾਜ ਸਾਡੀ ਕਿਰਤ ਬੜੀ ਖੋਟੀ ਹੈ। ਜੇ ਮਾਂ ਪਿਓ ਵੀ ਗਹਿਣੇ ਕਢਾਉਣ ਤਾਂ ਵਿੱਚੋਂ ਚੌਥਾ ਹਿੱਸਾ ਅਸੀਂ ਟੁੱਕ ਲੈਂਦੇ ਹਾਂ। ਹੋਰ ਗਾਹਕਾਂ ਦੀ ਗਿਣਤੀ ਕੀ ਹੈ। ਮਹਾਰਾਜ ਨੇ ਕਿਹਾ, ਧਰਮ ਦੀ ਕਿਰਤ ਤੋਂ ਬਗੈਰ ਸਿਮਰਨ ਨਹੀਂ ਚੱਲਦਾ। ਧਰਮ ਜੀਵਕਾ ਮਹਿ ਚਿੱਤ ਧਾਰਿਓ। ਜੇ ਦੇਖੋ ਸਿਮਰਨ ਟੁੱਟਣ ਲੱਗਦਾ ਹੈ ਤਾਂ ਸਤ ਸੰਗਤ ਵਿੱਚ ਜਾ ਕੇ ਕੀਰਤਨ ਸੁਣਨਾ ਅਤੇ ਗੁਰਬਾਣੀ ਵਿਚਾਰ ਕੇ ਪੜ੍ਹਨੀ। ਕਿਰਤ ਦੀ ਕਮਾਈ ਵਿੱਚੋਂ ਭੁੱਖੇ ਕੰਗਾਲ ਨੂੰ ਦੇਣਾ ਗੁਰੂ ਨੂੰ ਹੀ ਪਹੁੰਚਾਉਂਦਾ ਹੈ। ਦੁੱਖ ਸੁੱਖ ਵਿੱਚ ਭਾਣਾ ਮੰਨਣਾ, ਸਾਈਂ ਦੇ ਭਾਣੇ ਵਿੱਚ ਜੁੜਨ ਨਾਲ ਦੁੱਖ ਦਾ ਦਰਦ ਨਹੀਂ ਪਹੁੰਚਦਾ। ਕੀਰਤਨ ਨਿਰਮੋਲਕ ਹੀਰਾ। ਭਾਈ ਝਾੜੂ, ਭਾਈ ਮੁਕੰਦਾ ਜੀ, ਭਾਈ ਕੇਦਾਰਾ ਅਤੇ ਕਲਿਆਣਾ ਜੀ ਨੇ ਜਦ ਗੁਰੂ ਜੀ ਕੋਲੋਂ ਪੁੱਛਿਆ ਕਿ ਉਹਨਾਂ ਦਾ ਉਧਾਰ ਕਿਵੇਂ ਹੋਸੀ ਤਾਂ ਮਹਾਰਾਜ ਨੇ ਫਰਮਾਇਆ, ਰਾਗਾਂ ਦੀ ਤੁਹਾਨੂੰ ਸੂਝ ਹੈ, ਕੀਰਤਨ ਕਰਨਾ। ਜਿਉਂ-ਜਿਉਂ ਰਾਗ ਵਿੱਚ ਬਾਣੀ ਗਾਓਗੇ ਪ੍ਰੇਮ ਵਧੇਗਾ। ਕਲਯੁਗ ਵਿੱਚ ਕੀਰਤਨ ਤੋਂ ਹੋਰ ਕੋਈ ਤਪ ਨਹੀਂ। ਇਹ ਤਰਨਾ ਅਤੇ ਤਾਰਨਾ ਹੈ। ਕੀਰਤਨ ਕਰਨ ਨਾਲ ਹਰ ਸ਼ੈ ਹਿੱਲ ਜਾਂਦੀ ਹੈ ਅਤੇ ਹੌਲੇ-ਹੌਲੇ ਸ਼ਬਦ ਵਿੱਚ ਸਮਾ ਜਾਈਦਾ ਹੈ। ਦਿਮਾਗੋਂ ਰਾਗ ਨਿਕਲਦਾ ਹੈ, ਦਿਲੋਂ ਧੁਨ, ਹਿਰਦੇ ਤੋਂ ਸੁਰਤ, ਹੱਥੀ ਸਾਜ਼, ਰਸਨਾ ਤੋਂ ਸੁਰ ਅਤੇ ਸ਼ਬਦ ਅਤੇ ਕੰਠ ਤੋਂ ਤਾਣ ਉੱਠਦੀ ਹੈ। ਇੱਕ ਇਹਤਿਆਤ ਜ਼ਰੂਰੀ ਹੈ। ਇਸ ਨੂੰ ਮਾਇਆ ਇਕੱਠੀ ਕਰਨ ਦਾ ਸਾਧਨ ਨਹੀਂ ਬਣਾਉਣਾ, ਕਾਮਨਾ ਨਹੀਂ ਕਰਨੀ, ਸਰੀਰ ਦੇ ਨਿਰਵਾਹ ਲਈ ਹੀ ਲੈਣਾ। ਭਲੋ ਭਲੋ ਰੇ ਕੀਰਤਨੀਆ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧੰਦ ਸੁਆਓ ਦਾ ਸ਼ਬਦ ਵੀ ਉਚਾਰਿਆ। ਉਹਨਾਂ ਇਹ ਵੀ ਜਾਣਨਾ ਚਾਹਿਆ ਕਿ ਪਾਠ, ਕੀਰਤਨ ਅਤੇ ਕਥਾ ਦਾ ਕੀ ਫਰਕ ਹੈ। ਬਚਨ ਹੋਇਆ, ਪਾਠ ਆਪਣੀ ਪੈਲੀ ਨੂੰ ਖੂਹ ਦਾ ਪਾਣੀ ਪਹੁੰਚਾਉਣ ਵਾਂਗ ਹੈ। ਇੱਕ ਦੂਰ ਦੀ ਖੇਤੀ ਨੂੰ ਨਹੀਂ ਜਾ ਸਕਦਾ ਅਤੇ ਨਾ ਹੀ ਉੱਚੀ ਥਾਂ ਪੁੱਜਦਾ ਹੈ। ਫਿਰ ਇਹ ਕਿਸ ਤਰ੍ਹਾਂ ਹੈ ਜਿਵੇਂ ਪੈਰ ਧੋਈ ਜਾਓ ਅਤੇ ਮੂੰਹ ਹੱਥ ਤੱਕ ਪਾਣੀ ਹੀ ਨਾ ਪੁੱਜੇ। ਕੀਰਤਨ ਕਰਨ ਮੇਘ ਕੀ ਬਰਖਾ, ਬਰਖੇ ਜਲ ਹੋਏ ਜੀਵਨ ਹਰਖਾ। ਬਰਖਾ ਇੱਕ ਤਾਂ ਹਰ ਉੱਚੀ ਨੀਵੀਂ ਦੁਰਾਡੇ ਵਾਲੀ ਥਾਂ ਪੁੱਜਦੀ ਹੈ, ਫਿਰ ਗਰਜ ਕੇ ਵਰਖਾ ਹੁੰਦੀ ਹੈ, ਸੁਚੇਤ ਕਰ ਦਿੰਦੀ ਹੈ। ਹਰਿਆਵਲ ਵੀ ਜ਼ਿਆਦਾ ਹੁੰਦੀ ਹੈ ਅਤੇ ਦਾਣਾ ਵੀ ਪੱਕਾ ਸਾਬਤ ਹੁੰਦਾ ਹੈ। ਕਥਾ ਇੰਜ ਜਾਣੋ ਜੈਸੇ ਮੇਘ ਠਹਿਰਿਆ ਹੋਇਆ ਨਿਰਵਾਤ ਝਿਮ-ਝਿਮ ਵਰਖਾ ਕਰਦਾ ਹੈ। ਅੱਗੇ ਪੈਲੀਆਂ ਰਾਹੀਆਂ ਹੋਈਆਂ ਸੁਧਰੀਆਂ ਹੋਈਆਂ ਹੋਵਣ, ਜੋ ਬੂੰਦ ਪਵੇ ਵਿੱਚ ਧਰਤੀ ਦੇ ਸਮਾਂਦੀ ਜਾਵੇ। ਝਰੀ ਲਾਗ ਜਿਸ ਬਰਖਤ ਜਲ ਹੈ, ਝਿਮਕ ਝਿਮਕ ਬੂੰਦੇ ਜੇ ਪਰ ਹੀ। ਜੋ ਕਿਹਾ ਹੁੰਦਾ ਹੈ ਹਿਰਦੇ ਧਰਤੀ ਵਿੱਚ ਹੀ ਧਸੀ ਜਾਂਦਾ ਹੈ। ਇੱਕ ਬਚਨ ਵੀ ਵਿਅਰਥ ਨਹੀਂ ਜਾਂਦਾ। ਕਥਾ ਕੀਰਤਨ ਦੋਵੇਂ ਹੀ ਜ਼ਰੂਰੀ ਹਨ। ਪ੍ਰੇਮ ਕੀਰਤਨ ਦਾ ਪਿਤਾ ਹੈ। ਕੀਰਤਨ ਦਾ ਰਸ ਤਾਂ ਹੀ ਆਉਂਦਾ ਹੈ ਜੇ ਪ੍ਰੇਮ ਹੈ। ਕੀਰਤਨ ਕਰਕੇ ਆਤਮਾ ਸ਼ੁੱਧ ਹੁੰਦੀ ਹੈ। ਕਥਾ ਫਲ ਪਾਉਣ ਨਿਆਈ ਹੈ। ਜਿਵੇਂ ਬੱਚਾ ਮਾਂ ਪਿਓ ਦੋਵਾਂ ਨਾਲ ਹੋਣ ਤਾਂ ਹੀ ਠੀਕ ਪਲਦਾ ਹੈ, ਤਿਵੇਂ ਹੀ ਆਤਮਾ ਵਿਕਾਸ ਵਿੱਚ ਤਦ ਹੀ ਜਾਂਦੀ ਹੈ ਜੇ ਦੋਵੇਂ ਕੀਰਤਨ ਕਥਾ ਇਕੱਠੇ ਟੁਰਨ। ਇਹਨਾਂ ਚਾਰਾਂ ਨੇ ਨਹਿਕਾਮ ਹੋ ਕੇ ਹਜੂਰ ਕੀਰਤਨ ਕੀਤਾ ਅਤੇ ਸਿੱਖਾਂ ਦੀ ਭਗਤਮਾਲਾ ਕਹਿੰਦੀ ਹੈ ਕਿ ਕੁਛ ਕਾਮਨਾ ਨਾ ਕਰਨ ਤੇ ਸਰੀਰ ਦਾ ਨਿਰਵਾਹ ਵੀ ਪ੍ਰਾਰਬਧ ਦੇ ਅਨੁਸਾਰ। ਹੋਰ ਕੋਈ ਸਿੱਖ ਸ਼ਰਧਾ ਸੰਯੁਕਤ ਸੇਵਾ ਕਰੇ ਤਾਂ ਉਸੇ ਥੀ ਗੁਜ਼ਾਰਨ ਕਰਨ। ਉਹਨਾਂ ਦਾ ਇਸੇ ਕਾਰਨ ਉਧਾਰ ਹੋਇਆ। ਗੱਲ ਕੀ ਇਸੇ ਤਰ੍ਹਾਂ ਅਨੇਕਾਂ ਹੀ ਢੰਡਾਊ ਅਟਕਿਆਂ ਜਗਿਆਸੂਆਂ ਸਾਧੂਆਂ ਅਤੇ ਸਿੱਖਾਂ ਨੂੰ ਉਪਦੇਸ਼ ਜਲ ਦੇ ਛਿੱਟੇ ਮਾਰ ਕੇ ਜੀ ਦਾਨ ਬਖਸ਼ ਭਗਤੀ ਵੱਲ ਲਗਾ ਪਰਉਪਕਾਰੀ ਬਣਾਉਂਦੇ ਰਹੇ। ਭਾਈ ਗੁਰਦਾਸ ਜੀ ਨੇ ਪੰਜਾਬੀ ਗੁਰ ਦੀ ਵਡਿਆਈ ਲਿਖਿਆ ਹੈ,
ਪਰ ਪ੍ਰਤੀਤ ਹੋ ਗਿਆ ਹੋਵੇਗਾ ਕਿ ਪੰਜਾਬ ਦੀ ਹਰ ਨੁੱਕਰ ਦੇ ਦੇਸ਼ ਦੇ ਹਰ ਵੱਡੇ ਸ਼ਹਿਰ ਤੋਂ ਸਿੱਖ ਆ ਕੇ ਜੀਵਨ ਪਦਵੀ ਪਾ ਰਹੇ ਸਨ। ਦਬਿਸਤਾਨ ਮਹਾਜਿਬ ਵਿੱਚ ਵੀ ਇਹ ਹੀ ਲਿਖਿਆ ਹੈ ਕਿ ਸਿੱਖਾਂ ਦੀ ਗਿਣਤੀ ਹਰ ਥਾਂ ਵੱਧਦੀ ਹੀ ਗਈ। ਗੁਰੂ ਅਰਜਨ ਸਾਹਿਬ ਦੇ ਸਮੇਂ ਬਹੁਤ ਜ਼ਿਆਦਾ ਹੋ ਗਈ, ਇੱਥੋਂ ਤੱਕ ਕਿ ਕੋਈ ਵੱਡਾ ਸ਼ਹਿਰ ਮੁਲਕ ਵਿੱਚ ਨਹੀਂ ਹੋਵੇਗਾ ਜਿੱਥੇ ਕੁਝ ਨਾ ਕੁਝ ਸਿੱਖ ਨਾ ਵਸਦੇ ਹੋਣ। ਮੈਲਕਮ ਨੇ ਵੀ ਦੀ ਸਿੱਖਸ ਸਕੈਚ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਸਭ ਮਰਿਆਦਾਵਾਂ ਪੱਕੀਆਂ ਕੀਤੀਆਂ। ਇਸ ਦਾ ਸਦਕਾ ਸਿੱਖ ਇੱਕ ਦੂਜੇ ਦੇ ਨੇੜੇ ਹੋਏ ਅਤੇ ਗਿਣਤੀ ਵੀ ਖੂਬ ਵਧੀ। C.H. ਪੇਨ ਨੇ ਟੂਕ ਦਿੱਤੀ ਹੈ ਕਿ ਵੱਧਦਾ ਸਨਮਾਨ ਹੀ ਸਮੇਂ ਦੀ ਸਰਕਾਰ ਨੂੰ ਨਹੀਂ ਸੀ ਪਾਇਆ। ਤੁਜਕੀ ਜਹਾਂਗੀਰ ਦੇ ਸ਼ਬਦ ਵੀ ਭਾਵਪੂਰਤ ਹਨ ਕਿ ਲਾਂਬੇ ਚਾਂਬੇ ਤੋਂ ਪੇਂਡੂ ਗੁਆਰ ਅਤੇ ਗੁਆਰਾਂ ਦੇ ਪੁਜਾਰੀ ਲੋਕ ਉਸ ਪਾਸ ਆਉਂਦੇ ਅਤੇ ਪੂਰੀ ਸ਼ਰਧਾ ਉਸ ਤੇ ਪ੍ਰਗਟ ਕਰਦੇ। ਚਨਾਚੀ ਬਹੁਤ ਸਾਰੇ ਭੋਲੇ ਹਿੰਦੂਆਂ ਬਲਕਿ ਮੂਰਖ ਅਤੇ ਕਮੀਨੇ ਮੁਸਲਮਾਨਾਂ ਨੂੰ ਵੀ ਉਸ ਨੇ ਆਪਣੀ ਰੌ ਰੀਤੀ ਦੇ ਅਨੁਸਾਰੀ ਬਣਾ ਕੇ ਪੀਰੀ ਦੇ ਵਲੀ ਪੁਣੇ ਦੀ ਡੌਂਡੀ ਪਿਟਵਾਈ ਹੋਈ ਸੀ। ਇਹ ਜਹਾਂਗੀਰ ਦਾ ਸੁਭਾਅ ਤੁਅੱਸਬ ਤਾਂ ਪ੍ਰਗਟਾਉਂਦਾ ਹੀ ਹੈ, ਪਰ ਇਹ ਵੀ ਦਰਸਾ ਰਿਹਾ ਹੈ ਕਿ ਗੁਰੂ ਅਰਜਨ ਜੀ ਨੂੰ ਹਰ ਕੋਈ ਪੂਜ ਜਾਣਦਾ ਸੀ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦੇ 87 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।